ਉਹ ਅੱਜ ਕੱਲ ਗੋਲਫ ਖੇਡ ਰਿਹਾ। ਉਹ ਕਹਿੰਦਾ ਮੈਂ ਵਰਲਡ ਚੈਂਪੀਅਨ ਬਣਨਾ ਗੋਲਫ 'ਚ। ਉਹ ਤੇ ਪੁਨੀਤ ਬਾਲੀ ਦੋਨੋਂ। ਮੈਂ ਹੁਣ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ। ਬਾਬਾ ਦੀਪ ਸਿੰਘ ਜੀ ਦੀ 80 ਸਾਲ ਦੀ ਉਮਰ ਸੀ ਜਦ ਉਹਨਾਂ ਨੇ ਉਹ ਜੰਗ ਲੜੀ ਮੁਗਲਾਂ ਨਾਲ। ਤੁਸੀਂ ਦੇਖੋ ਵੀ 80 ਸਾਲ ਦੇ ਬਜ਼ੁਰਗ ਜਿਹੜੇ ਸੀਗੇ ਉਹਨਾਂ ਦਾ ਇੱਕ ਗੜਵਾ ਪਿਆ 360 ਲੀਟਰ ਦਾ, ਜਿਹਦੇ ਵਿੱਚ ਪਾਣੀ ਆਉਂਦਾ ਲੱਜ ਐਡੀ ਮੋਟੀ ਖੂਹ ਚੋਂ ਖਿੱਚ ਕੇ। ਲੇਕਿਨ ਉਹ ਐਡੇ ਤਗੜੇ ਕਿਵੇਂ ਸੀ? ਤੁਸੀਂ ਉਹਨਾਂ ਦਾ ਖੰਡਾ ਦੇਖੋ, 19.5 ਕਿਲੋ ਦਾ ਖੰਡਾ ਹੈ। ਆਪਾਂ ਡੰਬਲ ਨਹੀਂ ਚੱਕ ਸਕਦੇ 1950 ਕਿਲੋ, ਠੀਕ ਹੈ। ਉਹਨਾਂ ਨੇ ਉਹ ਖੰਡਾ ਚੱਕ ਕੇ ਵਾਇਆ। ਤੁਸੀਂ ਉਹਨਾਂ ਦੇ ਸ਼ਸਤਰ ਦੇਖੋ ਜਾ ਕੇ, ਟਾਲਾ ਸਾਹਿਬ ਗੁਰਦੁਆਰੇ ਉੱਥੇ ਉਹਨਾਂ ਦੇ ਸ਼ਸਤਰ ਪਏ ਹੈ। ਮੈਨੂੰ ਬੜਾ ਦੁੱਖ ਹੁੰਦਾ ਹੈ। 30 ਸਾਲ ਦੇ ਮੁੰਡੇ ਨੂੰ ਹਾਰਟ ਅਟੈਕ ਹੋ ਗਿਆ ਜੀ, 40 ਸਾਲ ਦੇ ਮੁੰਡੇ ਨੂੰ ਹਾਰਟ ਅਟੈਕ ਹੋ ਗਿਆ ਜੀ, ਕਰੋਨਾ ਹੋਇਆ ਜੀ, ਫਲਾਨਾ ਚਲਾ ਗਿਆ। ਇਹ ਕਰੋਨੇ ਦਾ ਆਪਾਂ ਦਿਮਾਗ ਜਨਾ ਕਿਉਂ ਭਰ ਰੱਖਿਆ ਜੀ? ਕਰੋਨਾ, ਹਾਏ ਮੈਨੂੰ ਕਰੋਨਾ ਹੋ ਗਿਆ। ਮੈਨੂੰ ਵੀ ਕਰੋਨਾ ਹੋਇਆ, ਮੈਂ 25 ਦਿਨ ਬਿਸਤਰੇ ਤੇ ਪਿਆ ਰਿਹਾ, ਬੁਰਾ ਹਾਲ, ਡੈਥ ਬੈੱਡ ਤੇ ਚਲਾ ਗਿਆ। ਬੜੀ ਘਰਦਿਆਂ ਨੇ ਸੇਵਾ ਕੀਤੀ, ਲੇਕਿਨ ਉਹਦੀ ਦਵਾਈ ਕੋਈ ਨਹੀਂ। ਮੇਰਾ ਥਰੋਟ ਦਾ ਆਪਰੇਸ਼ਨ ਹੋਇਆ, ਬਹੁਤ ਚੀਜ਼ਾਂ ਦਾ ਆਪਰੇਸ਼ਨ ਹੋਇਆ, ਪਰ ਮੈਂ ਐਕਸਰਸਾਈਜ਼ ਨਹੀਂ ਛੱਡੀ। ਮੈਨੂੰ ਡਾਕਟਰਾਂ ਨੇ ਕਿਹਾ ਜਦ ਮੇਰੇ ਪੇਟ ਦਾ ਆਪਰੇਸ਼ਨ ਹੋਇਆ ਵੀ ਤੂੰ 2 ਸਾਲ ਮੰਜੇ ਤੇ ਪੈਣਾ, ਕਿਤੇ ਨਹੀਂ ਜਾਣਾ। ਮੈਂ ਕਿਹਾ ਵੀ ਡਾਕਟਰ ਤੈਨੂੰ ਚੰਗਾ ਤਾਂ ਤੂੰ ਜ਼ਹਿਰ ਦਾ ਟੀਕਾ ਲਾ ਦੇ। ਮੈਂ 20 ਦਿਨ ਬਾਅਦ ਸ਼ੂਟਿੰਗ ਤੇ ਚਲਾ ਗਿਆ, 10-20 ਫਿਲਮਾਂ ਕੀਤੀਆਂ। ਉਸ ਤੋਂ ਬਾਅਦ ਬਹੁਤ ਬਿਮਾਰ ਹੋ ਗਿਆ, ਫਿਰ ਡੈਥ ਬੈੱਡ ਤੇ ਚਲਾ ਗਿਆ, ਫਿਰ ਆ ਗਿਆ। ਹਰਮਨ ਸੰਧੂ ਜੀ ਕੀ ਹਾਲ ਹੈ? ਯੂ ਵੀ ਠੀਕ ਹੈ ਜੀ। ਉਹ ਅੱਜ ਕੱਲ ਗੋਲਫ ਖੇਡ ਰਿਹਾ। ਉਹ ਕਹਿੰਦਾ ਮੈਂ ਵਰਲਡ ਚੈਂਪੀਅਨ ਬਣਨਾ ਗੋਲਫ 'ਚ। ਉਹ ਤੇ ਪੁਨੀਤ ਬਾਲੀ ਦੋਨੋਂ ਲੱਗੇ ਰਹਿੰਦੇ ਸਾਰਾ ਦਿਨ, ਤੇ ਬੜੀ ਚੰਗੀ ਗੱਲ ਹੈ। ਇੱਕ ਹੋਰ ਉਹਨੂੰ ਸੋਚ ਦਿੱਤੀ ਹੈ ਕਿ ਵਨਸ ਅ ਸਪੋਰਟਸਮੈਨ ਆਲਵੇਜ਼ ਅ ਸਪੋਰਟਸਮੈਨ। ਫਿੱਟ ਹੈ, ਜਿਮ ਕਰਦਾ ਹੈ, ਸਾਰਾ ਪਰਿਵਾਰ ਹੀ ਜਿਮ ਕਰਦਾ ਇਨਫੈਕਟ, ਔਰ ਸਾਰੇ ਬੱਚੇ ਲੱਗੇ ਹੈ। ਹਾਂਜੀ, ਮਲਕੀਤ ਸਿੰਘ ਬਾਟ ਸਾਹਿਬ, ਜਦ ਮਰਜੀ ਜਗ ਸਰ ਧਾਲੀਵਾਲ ਜੀ, ਮੈਂ ਹੁਣੇ ਐਡਰੈਸ ਸਾਰਿਆਂ ਨੂੰ ਨੋਟ ਕਰਾਉਣਾ ਦਫ਼ਤਰ ਦਾ। ਤੁਸੀਂ ਜਦ ਮਰਜੀ ਟਾਈਮ ਲੈ ਕੇ ਜਦ ਮਰਜੀ ਆਓ। ਮੈਂ ਸਪੈਸ਼ਲੀ ਤੁਹਾਡੇ ਲਈ ਦਫ਼ਤਰ ਸਾਰਾ ਦਿਨ ਬੈਠ ਕੇ ਤੁਹਾਡੇ ਨਾਲ ਵਾਰਤਾਲਾਪ ਕਰ ਸਕਦਾ। ਥੋਤੋਂ ਪਿਆਰਾ ਮੈਨੂੰ ਕੋਈ ਨਹੀਂ। ਤੁਸੀਂ ਮੇਰੇ ਸਰੋਤੇ ਰੱਬ ਵਰਗੇ ਹੋ। ਤੁਸੀਂ ਇੱਕ ਇੱਕ ਜੀ ਜਿਹੜਾ ਹੈ, ਇੱਕ ਇੱਕ ਰੂਹ ਜਿਹੜੀ ਹੈ, ਉਹ ਮੈਨੂੰ ਬਹੁਤ ਪਿਆਰੀ ਹੈ। ਔਰ ਸ਼ਾਇਦ ਮੈਂ ਅਲਫਾਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਕਿੰਨਾ ਕੁ ਪਿਆਰ ਕਰਦਾ, ਕਿੰਨਾ ਕੁ ਸਤਿਕਾਰ ਕਰਦਾ। ਇਹ ਰੱਬ ਜਾਣਦਾ। ਅਤੇ ਤੁਸੀਂ ਮੈਨੂੰ ਇੰਨਾ ਪਿਆਰ, ਇੰਨਾ ਮਾਣ ਦਿੱਤਾ ਹੈ ਕਿ ਮੈਂ ਕੀ ਆਖਾਂ। ਕਈ ਵਾਰੀ ਅਲਫਾਜ਼ ਨਹੀਂ ਹੁੰਦੇ ਬੰਦੇ ਕੋਲ ਕੁਝ ਕਹਿਣ ਦੇ। ਉਹ ਸ਼ਾਇਦ ਕਈ ਵਾਰੀ ਅੱਖਾਂ 'ਚੋਂ ਜਿਹੜੀ ਅੱਖਾਂ ਗਿੱਲੀਆਂ ਹੋ ਜਾਂਦੀਆਂ ਉਹੀ ਦੱਸ ਦਿੰਦੀਆਂ ਨੇ ਵੀ ਕਿੰਨਾ ਕੁ ਦਿਲ ਧੜਕਦਾ ਤੁਹਾਡੇ ਲੋਕਾਂ ਵਾਸਤੇ। ਹਾਂਜੀ, ਤੁਸੀਂ ਪਿਆਰ ਮੈਨੂੰ ਹੀ ਇਕੱਲੇ ਨੂੰ ਨਹੀਂ ਕੀਤਾ, ਮੇਰੇ ਸਾਰੇ ਪਰਿਵਾਰ ਨੂੰ ਬੜਾ ਪਿਆਰ ਕੀਤਾ। ਤੁਸੀਂ ਯੂਵੀ ਨੂੰ ਬੜਾ ਪਿਆਰ ਕੀਤਾ, ਔਰ ਤੁਹਾਡੀਆਂ ਦੁਆਵਾਂ ਕਰਕੇ, ਤੁਹਾਡੇ ਪਿਆਰ ਕਰਕੇ ਹੀ ਉਹ ਮੌਤ ਦੇ ਮੂੰਹ 'ਚੋਂ ਵਾਪਸ ਆਇਆ। ਮੈਂ ਕਈ ਵਾਰੀ ਮੌਤ ਦੇ ਮੂੰਹ 'ਚੋਂ ਵਾਪਸ ਆਇਆ। ਮੇਰਾ ਪਰਿਵਾਰ ਜਿਹੜਾ ਹੈ ਸਾਰਾ ਤੁਹਾਡਾ ਬਹੁਤ ਰਿਣੀ ਹੈ। ਸਾਰੇ ਬੱਚੇ, ਘਰ ਦੇ ਸਭ ਹਮੇਸ਼ਾ ਹੀ ਇਹ ਗੱਲ ਕਹਿੰਦੇ ਨੇ ਕਿ ਪ੍ਰਮਾਤਮਾ, ਬਾਬਾ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ। ਬਸ ਇਹੋ ਜਿਹੇ ਚੰਗੇ ਕਰਮ ਕਰਾਇਓ, ਚੰਗੀ ਸੋਚ ਰੱਖਿਓ, ਆਪ ਗੁੰਗਲੀ ਫੜ ਕੇ ਇਸ ਭਵਸਾਗਰ ਤੋਂ ਪਾਰ ਕਰਾਇਓ, ਕਿਉਂਕਿ ਆਪਾਂ ਭੁੱਲਣਹਾਰ ਹਾਂ। ਮੈਂ ਤਾਂ ਹਮੇਸ਼ਾ ਬਾਬਾ ਜੀ ਦੇ ਚਰਨਾਂ 'ਚ ਹੀ ਅਰਦਾਸਾਂ ਕਰਦਾ ਕਿ ਸਾਰਾ ਕੁਝ ਤੁਸੀਂ ਕਰਨਾ ਜੀ, ਸਾਡੇ ਤਾਂ ਹੱਥ ਵਸ ਕੁਛ ਹੈ ਨਹੀਂ। ਆਹ ਵੀ ਦਾਤਾਂ ਜਿਹੜੀਆਂ ਸਰੋਤਿਆਂ ਦੀਆਂ, ਇਹ ਵੀ ਰੱਬ ਦੀਆਂ ਦਿੱਤੀਆਂ ਹੋਈਆਂ, ਬਾਬਾ ਜੀ ਦੀਆਂ ਦਾਤਾਂ ਦਿੱਤੀਆਂ ਹੋਈਆਂ। ਅਤੇ ਕੀ ਆਖਾਂ, ਹੱਥ ਹੀ ਜੋੜ ਸਕਦਾ ਤੁਹਾਡੇ ਚਰਨਾਂ 'ਚ। ਦਿਨੇਸ਼ ਕਪੂਰ ਜੀ ਦੇ ਫਾਦਰ ਸਾਹਿਬ ਦੀ ਡੇਟ ਆਫ ਬਰਥ ਵੀ 25 ਮਾਰਚ ਹੈ ਜੀ। ਵਾਹ ਜੀ ਵਾਹ, ਬਹੁਤ ਬਹੁਤ ਵਧੀਆ ਜੀ। ਬਜ਼ੁਰਗਾਂ ਦਾ ਬੜਾ ਸਹਾਰਾ ਹੁੰਦਾ। ਬਜ਼ੁਰਗ ਹੀ ਨੇ ਜਿਹੜੇ ਆਪਾਂ ਨੂੰ ਲਈ ਫਿਰਦੇ ਨੇ ਜੀ। ਮਾਂ ਬਾਪ ਦੀ ਸੇਵਾ, ਜਗ ਦੀ ਸੇਵਾ, ਇਹੀ ਜ਼ਿੰਦਗੀ ਹੈ। ਕਰਮ ਭੂਮੀ 'ਤੇ ਆਪਾਂ ਆਏ ਹਾਂ, ਔਰ ਇਸ ਕਰਮ ਭੂਮੀ 'ਤੇ ਆਪਾਂ ਆਪਣੇ ਚੰਗੇ ਕਰਮ, ਪਿਆਰ ਇੱਕ ਦੂਜੇ ਨਾਲ ਵੰਡ ਕੇ ਚੱਲੀਏ, ਇੱਕ ਦੂਜੇ ਨੂੰ ਸਿੱਖਿਆ ਦਈਏ, ਮੋਢੇ ਨਾਲ ਮੋਢਾ ਲਾ ਕੇ ਤੁਰੀਏ। ਤਾਂ ਮੈਂ ਸਮਝਦਾ ਹੀ ਜ਼ਿੰਦਗੀ ਹੈ। ਅਤੇ ਮੈਂ ਹੁਣ ਤੁਹਾਡੇ ਨਾਲ ਅੱਜ ਜਿਹੜੀ ਵਾਰਤਾਲਾਪ ਕਰਨੀ ਹੈ, ਮੇਰੀ ਬੇਨਤੀ ਹੈ ਕਿ ਮੇਰੀ ਗੱਲ ਸੁਣ ਕੇ ਜੇ ਤੁਸੀਂ ਆਪਣੀ ਜ਼ਿੰਦਗੀ ਬਦਲੋਗੇ ਨਾ ਤਾਂ ਮੈਨੂੰ ਬੜਾ ਚੰਗਾ ਲੱਗੂਗਾ। ਅਤੇ ਤੁਸੀਂ ਦੇਖਿਓ, ਤੁਸੀਂ ਇੰਜੋਏ ਕਰੋਗੇ ਐਵਰੀ ਮੂਮੈਂਟ ਆਫ ਲਾਈਫ। ਮੈਂ ਇੱਕ ਗੱਲ ਸਮਝਦਾ ਕਿ ਜਿਹੜੀ ਆਪਣਾ ਸਰੀਰ ਹੈ, ਆਪਣੀ ਬੋਡੀ ਹੈ, ਇਹ ਖੁਦਾ ਦੀ ਦੇਣ ਹੈ।
ਗਿਫਟ ਆਫ ਗੋਡ ਹੈ, ਇਹ ਬਹੁਤ ਵੱਡਾ। ਤੁਸੀਂ ਸ਼ਾਇਦ ਇਹਨੂੰ ਕਦੇ ਰਿਅਲਾਈਜ਼ ਨਹੀਂ ਕੀਤਾ ਕਿ ਐਡੀ ਇੰਜੀਨੀਅਰਿੰਗ ਇਸ ਦੁਨੀਆ ਦੇ ਵਿੱਚ ਕਿਸੇ ਦੇ ਨੈਣ ਨਕਸ਼ ਕਿਸੇ ਨਾਲ ਨਹੀਂ ਮਿਲਦੇ, ਕਿਸੇ ਦੀ ਤਕਦੀਰ ਕਿਸੇ ਨਾਲ ਨਹੀਂ ਮਿਲਦੀ। ਬੇਸ਼ੱਕ ਉਹ ਇੱਕੋ ਮਾਂ ਦੇ ਢਿੱਡੋਂ ਜੰਮੇ ਹੋਣ, ਜੁੜਵੇ ਕਿਉਂ ਨਾ ਹੋਣ, ਆਹ ਹੱਥਾਂ ਦੀਆਂ ਲਕੀਰਾਂ ਨਹੀਂ ਕਿਸੇ ਨਾਲ ਮਿਲਦੀਆਂ। ਤੇ ਖੁਦਾ ਨੇ ਕੁਝ ਸੋਚ ਸਮਝ ਕੇ ਇਨਸਾਨ ਬਣਾਇਆ ਹੋਊਗਾ, ਜੇ ਤੁਸੀਂ ਧਿਆਨ ਨਾਲ ਇਸ ਗੱਲ ਦੇ ਵਿੱਚ ਆਓ। ਤੇ ਮੈਂ ਸਮਝਦਾ ਕਿ ਇੰਨਾ ਡਿਸਪਲਿਨ ਉਹਨੇ ਯੂਨੀਵਰਸ ਦਾ ਰੱਖਿਆ ਹੈ, ਇਸ ਬ੍ਰਹਿਮੰਡ ਦਾ। ਵੇਲੇ ਸਿਰ ਸੂਰਜ ਨੇ ਚੜ੍ਹਨਾ ਹੈ, ਵੇਲੇ ਸਿਰ ਛੁਪਣਾ ਹੈ, ਵੇਲੇ ਸਿਰ ਚੰਦ ਨੇ ਆਉਣਾ, ਵੇਲੇ ਸਿਰ ਰਾਤ ਹੋਣੀ ਹੈ, ਵੇਲੇ ਸਿਰ ਦਿਨ ਹੋਣਾ ਹੈ, ਵੇਲੇ ਸਿਰ ਹਰ ਚੀਜ਼ ਰੁੱਤ ਨੇ ਆਉਣਾ ਹੈ, ਠੰਡ ਸਰਦੀ ਪਤਝੜ, ਇਹ ਸਭ ਇੱਕ ਰੱਬ ਨੇ ਮਿੱਥੀ ਹੋਈ ਡਿਸਪਲਿਨਡ ਹੈ। ਇਹੀ ਸੋਚ ਕੇ ਉਹਨੇ ਯੂਨੀਵਰਸ ਨੂੰ ਲੈ ਕੇ ਆਪਣੀ ਬਾਡੀ ਬਣਾਈ ਸੀ, ਔਰ ਬੰਦੇ ਨੂੰ ਕਿਹਾ ਸੀ, ਹਰ ਰੂਹ ਨੂੰ ਕਿਹਾ ਸੀ ਵੀ ਸਭ ਤੋਂ ਪਹਿਲਾਂ ਤੂੰ ਧਰਤੀ ਤੇ ਜਾ ਕੇ ਜਾਂ ਕਿਤੇ ਵੀ ਹੋਵੇਂ, ਜਦ ਤੂੰ ਇਸ ਸਰੀਰ ਦੇ ਜਾਮੇ 'ਚ ਹੋਵੇਂ, ਸਰੀਰ ਦੇ ਵਿੱਚ ਹੋਵੇਂ, ਤਾਂ ਤੇਰਾ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਹੈ ਕਿ ਤੂੰ ਆਪਣੇ ਸਰੀਰ ਨੂੰ ਸੰਭਾਲ ਕੇ ਰੱਖੇ। ਹੁਣ ਸਰੀਰ ਨੂੰ ਆਪਾਂ ਸੰਭਾਲਣ ਵਾਸਤੇ ਕੀ ਕਰਨਾ ਚਾਹੀਦਾ ਹੈ? ਉਸ ਖੁਦਾ ਨੇ ਤੁਹਾਨੂੰ ਆਪਣੀ ਅਮਾਨਤ ਦੇਤੀ, ਬਾਡੀ ਦੇਤੀ, ਔਰ ਉਹਨੇ ਕਿਹਾ ਲੈ ਵੀ ਜਦ ਤੂੰ ਵਾਪਸ ਆਏਂਗਾ, ਬੇਸ਼ੱਕ ਤੂੰ 100 ਸਾਲ ਦਾ ਹੋ ਕੇ ਆਈ, ਭਾਵੇਂ ਤੂੰ 150 ਸਾਲ ਦਾ ਹੋ ਕੇ ਆਈ, ਭਾਵੇਂ ਤੂੰ 70 ਸਾਲ ਦਾ ਹੋਈ, ਭਾਵੇਂ 50 ਸਾਲ ਦਾ, ਜਦ ਵੀ ਮੈਂ ਤੈਨੂੰ ਬੁਲਾਵਾਂ ਉਦੋਂ ਤੇਰਾ ਸਰੀਰ ਤੰਦਰੁਸਤ ਹੋਣਾ ਚਾਹੀਦਾ ਹੈ, ਤੇਰਾ ਦਿਮਾਗ ਤੰਦਰੁਸਤ ਹੋਣਾ ਚਾਹੀਦਾ। ਔਰ ਉਹਦੇ ਵਾਸਤੇ ਮੇਨਟੇਨੈਂਸ ਬਹੁਤ ਜ਼ਰੂਰੀ ਹੈ, ਦੇਖਭਾਲ ਕਰਨੀ ਬਹੁਤ ਜ਼ਰੂਰੀ ਹੈ। ਤੁਸੀਂ ਮੇਰਾ ਖਿਆਲ ਦੁਨੀਆ ਦੇ ਭਾਵਾਂ ਜਿੱਡੇ ਮਰਜ਼ੀ ਅਮੀਰ ਬੰਦੇ ਹੋ, ਬੜਾ ਤੁਹਾਡੇ ਕੋਲ ਪੈਸਾ ਹੋਵੇ, ਬੜਾ ਤੁਹਾਡੇ ਕੋਲ ਨਾਮ ਹੋਵੇ, ਤੁਹਾਡੇ ਕੋਲ ਸਾਰਾ ਕੁਝ ਰੱਬ ਨੇ ਦਿੱਤਾ ਹੋਵੇ, ਲੇਕਿਨ ਜੇ ਤੁਸੀਂ ਆਪਣਾ ਸਰੀਰ ਸੰਭਾਲ ਕੇ ਨਹੀਂ ਰੱਖਿਆ, ਮੈਂ ਸਮਝਦਾ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਸ਼ਾਇਦ ਇੱਕ ਐਡਾ ਵੱਡਾ ਗੁਨਾਹ ਕਰ ਰਹੇ ਹੋ ਜਿਹਦਾ ਸ਼ਾਇਦ ਤੁਹਾਨੂੰ ਅੰਦਾਜ਼ਾ ਨਹੀਂ ਹੈ। ਔਰ ਮੈਂ ਇਸ ਗੱਲ ਨੂੰ ਹਮੇਸ਼ਾ ਸੋਚ ਕੇ ਚੱਲਿਆ ਕਿ ਸਰੀਰ ਦੀ ਤੰਦਰੁਸਤੀ ਕਿਵੇਂ ਹੈ। ਇਹ ਨਹੀਂ ਵੀ ਜੋ ਮਿਲਿਆ ਪਾ ਲਿਆ। ਆਪਣਾ ਸਰੀਰ ਕੋਈ ਗਾਰਬੇਜ ਥੋੜ੍ਹਾ ਹੈ ਵੀ ਇਹਦੇ ਵਿੱਚ ਜੋ ਮਿਲਦਾ ਚਾਹ ਚ ਪਾਈ ਜਾ, ਖਾਈ ਜਾ, ਪਾਈ ਜਾ। ਨਹੀਂ, ਸੂਰਜ ਨੂੰ ਜਿੰਨੀ ਚਮਕ ਦੀ ਲੋੜ ਹੈ ਉਨੀ ਚਮਕ ਚਾਹੀਦੀ ਹੈ। ਜ਼ਿਆਦਾ ਚਮਕ ਹੋ ਜਾਏਗੀ ਨਾ ਤਾਂ ਆਲਾ ਦੁਆਲਾ ਸਭ ਕੁਝ ਬਰਬਾਦ ਹੋ ਜਾਏਗਾ। ਚੰਦ ਨੂੰ ਜਦ ਜੋ ਜੀ ਕਰਨਾ ਉਹ ਰੱਬ ਤੋਂ ਕਰਾਉਂਦਾ। ਜੇ ਅੱਗੇ ਪਿੱਛੇ ਹੋ ਜੇ ਤੇ ਉਹ ਟੁੱਟ ਜੇ ਤਾਂ ਧਰਤੀ ਵੀ ਟੁੱਟ ਜੇ। ਧਰਤੀ ਦੀਆਂ ਰੁੱਤਾਂ, ਧਰਤੀ ਦੀ ਹਰ ਚੀਜ਼, ਬ੍ਰਹਿਮੰਡ ਦੀ ਹਰ ਚੀਜ਼ ਉਹ ਇਸੇ ਕਰਕੇ ਚੱਲਦੀ ਹੈ ਕਿਉਂਕਿ ਉਹ ਡਿਸਪਲਿਨ ਹੈ, ਉਹਦੀ ਚੀਜ਼ ਦੀ ਲੋੜ ਹੈ। ਇਸੇ ਤਰ੍ਹਾਂ ਸਰੀਰ ਹੈ, ਕਿੰਨੇ ਖਾਣੇ ਦੀ ਲੋੜ ਹੈ। ਡਾਈਟ ਸਭ ਤੋਂ ਇੰਪੋਰਟੈਂਟ ਹੈ, ਮੈਂ ਸਮਝਦਾ। ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਜਿੰਨੇ ਫਿੱਟ ਰਹੋਗੇ, ਜਿੰਨੇ ਤੁਸੀਂ ਐਕਸਰਸਾਈਜ਼ ਕਰੋਗੇ, ਕਈ ਵਾਰੀ ਹੁਣ ਆਪਾਂ ਗੱਲ ਕਰ ਲਈਏ ਜਵਾਨ ਮੁੰਡੇ ਆ, ਮੈਂ ਸਮਝਦਾ ਜੇ ਬੱਚਾ ਚੱਲਣ ਲੱਗ ਜੇ ਨਾ ਉਹਨੂੰ ਐਕਸਰਸਾਈਜ਼ 'ਚ ਪਾ ਦੇਣਾ ਚਾਹੀਦਾ। ਫੁੱਟਬਾਲ ਲੈ ਦਿਓ, ਮੈਂ ਮਾਂ ਬਾਪ ਨੂੰ ਇਹ ਗੱਲ ਕਹਿੰਦਾ। ਔਰ ਇਸ ਤਰ੍ਹਾਂ ਤਰਾਸ਼ਦੇ ਜਦੋਂ 20-22 ਸਾਲ ਦਾ, 24 ਸਾਲ ਦਾ ਹੋਵੇ ਤਾਂ ਉਹਨੂੰ ਇਹ ਪਤਾ ਹੋਵੇ ਵੀ ਮੈਂ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ। ਮੇਰਾ ਵਿਚਾਰ ਇਹ ਹੈ, ਅੱਛਾ ਖਾਓ ਔਰ ਦੱਬ ਕੇ ਐਕਸਰਸਾਈਜ਼ ਕਰੋ। ਐਕਸਰਸਾਈਜ਼ ਜਿਮ ਦੀ ਵੀ ਹੋ ਸਕਦੀ ਹੈ। ਐਕਸਰਸਾਈਜ਼ ਜਿਮ ਬੰਦ ਨੇ ਤਾਂ ਬਹੁਤ ਐਕਸਰਸਾਈਜ਼ਾਂ ਨੇ। ਤੁਸੀਂ ਪੁਸ਼ਅਪਸ ਮਾਰ ਸਕਦੇ ਹੋ, ਪੁਲਅਪਸ ਮਾਰ ਸਕਦੇ ਹੋ, ਸਿਟਅਪਸ ਮਾਰ ਸਕਦੇ ਹੋ, ਸਟ੍ਰੈਚਿੰਗ ਕਰ ਸਕਦੇ ਹੋ, ਸਾਈਕਲਿੰਗ ਕਰ ਸਕਦੇ ਹੋ, ਰਨਿੰਗ ਕਰ ਸਕਦੇ ਹੋ, ਸਭ ਕੁਝ ਕਰ ਸਕਦੇ ਹੋ। ਸਿਰਫ ਗੱਲ ਇਹ ਹੈ ਕਿ ਆਪਾਂ ਕਹਿੰਦੇ ਚੱਲ ਛੱਡ ਪਰੇ, ਕੀ ਕਰਨਾ ਹੈ ਕੀ ਨਹੀਂ ਕਰਨਾ। ਨਹੀਂ, ਆਪਣੇ 24 ਘੰਟੇ ਤੁਸੀਂ ਡਿਵਾਈਡ ਕਰੋ, 8 ਘੰਟੇ ਤੁਸੀਂ ਸੌਂ। ਮੈਂ ਸਮਝਦਾ 8 ਘੰਟੇ ਵੀ ਜ਼ਿਆਦਾ ਸੌਣ ਦੇ। ਜੇ ਤੁਸੀਂ 5-6 ਘੰਟੇ ਚੰਗੀ ਨੀਂਦ ਸੌਂਦੇ ਹੋ ਤਾਂ ਤੁਹਾਡੀ ਬੋਡੀ ਲਈ ਬਹੁਤ ਹੈ। ਉਸ ਤੋਂ ਬਾਅਦ ਆਪਣੇ ਇਹਨੂੰ ਡਿਵਾਈਡ ਕਰੋ ਕਿ ਆਪਾਂ ਕਿਸ ਤਰ੍ਹਾਂ ਆਪਣੇ ਸਰੀਰ ਨੂੰ ਕਾਇਮ ਰੱਖਣਾ ਹੈ। ਦੇਖੋ, ਕਰੋਨਾ ਦਾ ਟਾਈਮ ਚੱਲ ਰਿਹਾ ਹੈ। ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ। ਕੱਲ ਮੈਂ ਲੇਕ ਤੇ ਚੰਡੀਗੜ੍ਹ ਤੇ ਜਾ ਰਿਹਾ ਸੀ ਤੇ ਮੈਂ ਬਹੁਤ ਸਾਰੇ ਬੱਚੇ ਦੇਖੇ ਸਾਈਕਲਾਂ ਚਲਾ ਰਹੇ ਨੇ, ਅੱਡ ਢਿੱਡ, ਬੁਰਾ ਹਾਲ, ਬਾਂਕੇ ਦਿਹਾੜੇ। ਤੇ ਮੈਂ ਉਹਨੂੰ ਰੋਕ ਕੇ ਕਿਹਾ, ਮੈਂ ਕਿਹਾ ਹੈਲੋ ਕਿਡਸ, ਹਾਊ ਆਰ ਯੂ? ਹੈਲੋ ਸਰ, ਹਾਊ ਆਰ ਯੂ? ਮੈਂ ਕਿਹਾ ਤੁਸੀਂ ਕੀ ਬਣਾ ਲਿਆ ਆਪਣਾ? ਕਹਿੰਦੇ ਸਰ ਸਾਨੂੰ ਪਤਾ ਹੀ ਨਹੀਂ ਲੱਗਿਆ, ਅਸੀਂ ਬੈਠੇ ਬੈਠੇ ਭਾਰੇ ਹੋ ਗਏ। ਤੇ ਮੈਂ ਕਿਹਾ ਅੱਜ ਤੁਸੀਂ ਸਾਈਕਲ ਫੜਿਆ ਤੇ ਬੇਟਾ ਇਹਨੂੰ ਆਪਾਂ ਰੈਗੂਲਰ ਆਪਾਂ ਬਣਾ ਲਈਏ, ਆਪਣੀ ਹੈਬਿਟ ਬਣਾ ਲਈਏ। ਮੈਂ ਸਮਝਦਾ ਜੇ ਤੁਸੀਂ 10-20 ਕਿਲੋਮੀਟਰ ਰੋਜ਼ ਸਾਈਕਲਿੰਗ ਕਰੋ ਤੇ ਇਹ ਫਿਟਨੈਸ ਹੈ ਕਿਸੇ ਵੀ ਏਜ ਵਾਸਤੇ, ਭਾਵੇਂ 70 ਸਾਲ ਦਾ ਬੰਦਾ, ਭਾਵੇਂ 80 ਸਾਲ ਦਾ ਬੰਦਾ, ਭਾਵੇਂ 90 ਸਾਲ ਦਾ ਬੰਦਾ, ਭਾਵੇਂ ਜਵਾਨ ਹੈ। ਜਿਮ ਆਪਣੇ ਬਣੇ ਹੋਏ ਨੇ, ਅੱਜ ਕੱਲ੍ਹ ਜਿਮ ਬੰਦ ਨੇ, ਹੈ ਨਾ। ਮੈਂ ਸਮਝਦਾ ਵੈਸੇ ਗੌਰਮੈਂਟ ਨੂੰ ਜਿਮ ਬੰਦ ਕਰਨੇ ਨਹੀਂ ਚਾਹੀਦੇ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਨੂੰ ਖੋਲ੍ਹ ਦਿਓ। ਬੱਚੇ ਤੁਹਾਡੇ ਆਪੇ ਫਿੱਟ ਹੋ ਜਾਣਗੇ ਕਿਉਂਕਿ ਇਮਿਊਨ ਸਿਸਟਮ ਵੱਧ ਜਾਂਦਾ ਜਦੋਂ ਆਪਾਂ ਐਕਸਰਸਾਈਜ਼ ਕਰਦੇ ਹਾਂ, ਪਰ ਭੁੱਖ ਵੀ ਲੱਗਦੀ ਹੈ। ਸੋ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਤੁਹਾਨੂੰ ਕਹਿਣਾ ਚਾਹੁੰਦਾ ਜਾਂ ਆਪਾਂ ਸ਼ੇਅਰ ਕਰ ਸਕਦੇ ਹਾਂ ਕਿ ਲਾਈਫ ਜਿਹੜੀ ਹੈ ਉਹ
ਜਨਮ ਤੋਂ ਲੈ ਕੇ ਮਰਨ ਤੱਕ ਆਪਣੇ ਕੋਲ ਜਿਹੜਾ ਵਿੱਚ ਫਰਕ ਹੈ ਉਹ ਕਿਵੇਂ ਉਦਾਂ ਹੀ ਹੋ ਸਕਦਾ ਹੈ, ਬਹੁਤ ਖੂਬਸੂਰਤ ਹੋ ਸਕਦਾ, ਕਿਵੇਂ ਹੋ ਸਕਦਾ ਹੈ ਜੇ ਆਪਾਂ ਆਪਣੇ ਸਰੀਰ ਨੂੰ ਐਕਸਰਸਾਈਜ਼ ਕਰਾਵਾਂਗੇ, ਸਰੀਰ ਤੇ ਮਿਹਨਤ ਕਰਾਂਗੇ। ਤੁਸੀਂ ਗੁਰਬਾਣੀ 'ਚ ਇੱਕ ਤੁਕ ਪੜ੍ਹੀ ਹੋਣੀ ਹੈ ਜੀ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਲ ਮੀਨਸ ਉਹਨਾਂ ਨੇ ਬਹੁਤ ਸਖਤ ਮਿਹਨਤ ਕਰੀ, ਪਾਠ ਪੂਜਾ 'ਚ ਮਿਹਨਤ ਕਰੀ, ਆਪਣੇ ਸਰੀਰ ਤੇ ਮਿਹਨਤ ਕਰੀ, ਆਪਣੇ ਸਰੀਰ ਨੂੰ ਹਲਕਾ ਰੱਖਿਆ, ਚੰਗਾ ਖਾਇਆ ਪੀਆ, ਲਾਈਟ ਖਾਦਾ, ਕਿਉਂਕਿ ਉਹਨਾਂ ਨੇ ਚੌਂਕੜੇ ਮਾਰਨੇ 14-14 ਘੰਟੇ, 12-12, 13-13 ਘੰਟੇ, 20-20 ਘੰਟੇ। ਤਾਂ ਕਿੰਨੀ ਸਖਤ ਮਿਹਨਤ ਨਾਲ ਉਹਨਾਂ ਨੇ ਖੁਦਾ ਨੂੰ ਪਾਇਆ। ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸੇ ਤਰ੍ਹਾਂ ਸਰੀਰ ਹੈ, ਆਪਣੀ ਬੋਡੀ ਹੈ। ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਤੁਸੀਂ ਆਪਣੀ ਐਕਸਰਸਾਈਜ਼ ਦੇ ਨਾਲ, ਆਪਣੀ ਡਾਈਟ ਦੇ ਨਾਲ, ਆਪਣੇ ਡਿਸਪਲਿਨ ਦੇ ਨਾਲ, ਪਾਠ ਪੂਜਾ ਮੈਡੀਟੇਸ਼ਨ ਜੋ ਵੀ ਆਪਣੇ ਆਪਣੇ ਈਸ਼ਟ, ਆਪਣੇ ਆਪਣੇ ਧਰਮ ਦੇ ਹਿਸਾਬ ਨਾਲ, ਜੇ ਤੁਸੀਂ 1 ਘੰਟਾ ਰੋਜ਼ 24 ਘੰਟੇ 'ਚ 1 ਘੰਟਾ ਆਪਾਂ ਚੌਂਕੜਾ ਮਾਰ ਕੇ ਆਪਣੇ ਉਸ ਅਕਾਲ ਪੁਰਖ ਨਾਲ, ਆਪਣੇ ਗੁਰੂ ਨਾਲ, ਆਪਣੇ ਪੀਰ ਪੈਗੰਬਰਾਂ ਨਾਲ ਜਾਂ ਆਪਣੇ ਦੇਵੀ ਦੇਵਤਿਆਂ ਦੇ ਨਾਲ, ਉਹਨਾਂ ਦੇ ਨਾਲ ਆਪਾਂ ਜੁੜੀਏ ਤਾਂ ਉਹਨੂੰ ਸ਼ੁਕਰਾਨਾ ਕਹੀਏ। ਮੈਂ ਹੁਣ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ। ਬਾਬਾ ਦੀਪ ਸਿੰਘ ਜੀ ਦੀ 80 ਸਾਲ ਦੀ ਉਮਰ ਸੀ ਜਦ ਉਹਨਾਂ ਨੇ ਉਹ ਜੰਗ ਲੜੀ ਮੁਗਲਾਂ ਨਾਲ। ਤੁਸੀਂ ਦੇਖੋ ਵੀ 80 ਸਾਲ ਦੇ ਬਜ਼ੁਰਗ ਜਿਹੜੇ ਸੀਗੇ, ਉਹਨਾਂ ਦਾ ਇੱਕ ਗੜਵਾ ਪਿਆ 360 ਲੀਟਰ ਦਾ, ਜਿਹਦੇ ਵਿੱਚ ਪਾਣੀ ਆਉਂਦਾ, ਲੱਜ ਐਡੀ ਮੋਟੀ, ਖੂਹ ਚੋਂ ਖਿੱਚ ਕੇ 500 ਸਿੰਘਾਂ ਨੂੰ ਨਵਾ ਕੇ ਤੇ 14 ਘੰਟੇ ਦਾ ਉਹਨਾਂ ਦਾ ਜਿਹੜਾ ਸੀਗਾ ਨਾ ਚੌਂਕੜਾ ਉਹ ਸੀ। ਹੁਣ ਦੇਖੋ ਸਿੰਪਲ ਰੋਟੀ ਖਾਂਦੇ ਸਾਰੇ ਸਿੰਘ, ਸਾਰੇ ਲੋਕ, ਉਦੋਂ ਇੱਕ ਦਾਲ ਫੁਲਕਾ ਬਣਦਾ ਸੀ ਹੈ ਜੀ, ਚੰਗਾ ਦੁੱਧ ਘਿਓ ਮੱਖਣ ਸਭ ਨੈਚੁਰਲ ਡਾਈਟ ਸੀ, ਲੇਕਿਨ ਉਹ ਐਡੇ ਤਗੜੇ ਕਿਵੇਂ ਸੀ। ਤੁਸੀਂ ਉਹਨਾਂ ਦਾ ਖੰਡਾ ਦੇਖੋ, 19.5 ਕਿਲੋ ਦਾ ਖੰਡਾ ਹੈ, ਆਪਾਂ ਡੰਬਲ ਨਹੀਂ ਚੱਕ ਸਕਦੇ 1950 ਕਿਲੋ ਦਾ, ਠੀਕ ਹੈ। ਉਹਨਾਂ ਨੇ ਉਹ ਖੰਡਾ ਚੱਕ ਕੇ ਵਾਇਆ। ਤੁਸੀਂ ਉਹਨਾਂ ਦੇ ਸ਼ਸਤਰ ਦੇਖੋ ਜਾ ਕੇ, ਟਾਲਾ ਸਾਹਿਬ ਗੁਰਦੁਆਰੇ ਉੱਥੇ ਉਹਨਾਂ ਦੇ ਸ਼ਸਤਰ ਪਏ ਹੈ। ਔਰ ਇਸ ਉਮਰ 'ਚ ਜਾ ਕੇ ਮੈਂ ਪਾਵਰ ਦੀ ਗੱਲ ਕਰਦਾ, ਉਹਦੀ ਬੋਡੀ ਦੀ ਫਿਟਨੈਸ ਦੀ ਗੱਲ ਕਰਦਾ ਕਿ ਸਾਡੇ ਗੁਰੂ ਫਿੱਟ ਕਿੰਨੇ ਸੀ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਆਪਣੇ ਸ਼ਹੀਦ, ਆਪਣੇ ਸਿੰਘ ਹੈ ਜੀ, ਕ੍ਰਿਸ਼ਨ ਮਹਾਰਾਜ, ਰਾਮਚੰਦਰ ਜੀ, ਮਤਲਬ ਉਹਨਾਂ ਦੀ ਫੌਜ, ਆਪਣੇ ਦੇਵੀ ਦੇਵਤੇ। ਤੁਸੀਂ ਸ਼ਿਵ ਜੀ ਮਹਾਰਾਜ ਦਾ ਸਰੀਰ ਦੇਖੋ, ਹਨੂਮਾਨ ਜੀ ਦੀ ਬੋਡੀ ਦੇਖੋ। ਉਹ ਸਰੀਰ ਜਿਹੜਾ ਸੀ ਉਹਨਾਂ ਨੇ ਕਮਾਇਆ ਸੀ, ਔਰ ਸਰੀਰ ਇਸ ਕਰਕੇ ਕਮਾਇਆ ਸੀ ਕਿਉਂਕਿ ਬੜੇ ਡਿਸਪਲਿਨਡ ਸੀ, ਹਰ ਚੀਜ਼ ਜ਼ਿੰਦਗੀ 'ਚ ਕਰਦੇ ਸੀ, ਦੁਨੀਆ ਵਾਸਤੇ ਕੰਮ ਕਰਦੇ ਸੀ, ਰੱਬ ਦਾ ਕੰਮ ਕਰਦੇ ਸੀ, ਬ੍ਰਹਮੰਡ ਨੂੰ ਚਲਾਉਂਦੇ ਸੀ, ਲੇਕਿਨ ਉਹਦੇ ਨਾਲ ਨਾਲ ਆਪਣੀ ਵਰਜਿਸ਼ ਵੀ ਕਰਦੇ ਸੀ। ਸੋ ਮੈਂ ਸਮਝਦਾ ਕਿ ਜਦ ਆਪਣੇ ਵੱਡ ਵਡੇਰੇ ਕੁਝ ਕਰਦੇ ਰਹੇ, ਤੁਸੀਂ ਦੇਖੋ ਅੱਜ ਤੋਂ ਮੈਨੂੰ ਬੜਾ ਦੁੱਖ ਹੁੰਦਾ ਹੈ, 30 ਸਾਲ ਦੇ ਮੁੰਡੇ ਨੂੰ ਹਾਰਟ ਅਟੈਕ ਹੋ ਗਿਆ ਜੀ, 40 ਸਾਲ ਦੇ ਮੁੰਡੇ ਨੂੰ ਹਾਰਟ ਅਟੈਕ ਹੋ ਗਿਆ ਜੀ, ਕਰੋਨਾ ਹੋਇਆ ਜੀ, ਫਲਾਨਾ ਚਲਾ ਗਿਆ। ਇਹ ਕਰੋਨੇ ਦਾ ਆਪਾਂ ਦਿਮਾਗ 'ਚ ਨਾ ਕਿਉਂ ਭਰ ਰੱਖਿਆ ਜੀ, ਕਰੋਨਾ, ਹਾਏ ਮੈਨੂੰ ਕਰੋਨਾ ਹੋ ਗਿਆ। ਮੈਨੂੰ ਵੀ ਕਰੋਨਾ ਹੋਇਆ, ਮੈਂ 25 ਦਿਨ ਬਿਸਤਰੇ ਤੇ ਪਿਆ ਰਿਹਾ, ਬੁਰਾ ਹਾਲ, ਡੈਥ ਬੈੱਡ ਤੇ ਚਲਾ ਗਿਆ। ਬੜੀ ਘਰਦਿਆਂ ਨੇ ਸੇਵਾ ਕੀਤੀ, ਲੇਕਿਨ ਉਹਦੀ ਦਵਾਈ ਕੋਈ ਨਹੀਂ। ਸਿਰਫ ਮੈਨੂੰ ਮੈਂ ਹੀ ਕਹਿੰਦਾ ਸੀ, ਮੈਂ ਕਿਹਾ ਇਹ ਕਰੋਨਾ ਸ਼ੁਰੂ ਆਪੇ ਚਲੇ ਜਾਊਗਾ, ਆਪਾਂ ਮਰਦੇ ਨਹੀਂ। ਲੇਕਿਨ ਉਸ ਤੋਂ ਬਾਅਦ ਫਿਰ ਮੈਂ ਐਕਸਰਸਾਈਜ਼ ਸ਼ੁਰੂ ਕੀਤੀ। ਉਸ ਤੋਂ ਬਾਅਦ ਮੇਰਾ ਟਾਂਕੇ ਲੱਗੇ 900, ਮੇਰਾ ਥਰੋਟ ਦਾ ਆਪਰੇਸ਼ਨ ਹੋਇਆ, ਬਹੁਤ ਚੀਜ਼ਾਂ ਦਾ ਆਪਰੇਸ਼ਨ ਹੋਇਆ, ਪਰ ਮੈਂ ਐਕਸਰਸਾਈਜ਼ ਨਹੀਂ ਛੱਡੀ। ਮੈਨੂੰ ਡਾਕਟਰਾਂ ਨੇ ਕਿਹਾ ਜਦ ਮੇਰੇ ਪੇਟ ਦਾ ਆਪਰੇਸ਼ਨ ਹੋਇਆ ਵੀ ਤੂੰ 2 ਸਾਲ ਮੰਜੇ ਤੇ ਪੈਣਾ, ਕਿਤੇ ਨਹੀਂ ਜਾਣਾ। ਮੈਂ ਕਿਹਾ ਵੀ ਡਾਕਟਰ ਤੈਨੂੰ ਚੰਗਾ ਤਾਂ ਤੂੰ ਜ਼ਹਿਰ ਦਾ ਟੀਕਾ ਲਾ ਦੇ। ਮੈਂ 20 ਦਿਨ ਬਾਅਦ ਸ਼ੂਟਿੰਗ ਤੇ ਚਲਾ ਗਿਆ, 10-20 ਫਿਲਮਾਂ ਕੀਤੀਆਂ। ਉਸ ਤੋਂ ਬਾਅਦ ਬਹੁਤ ਬਿਮਾਰ ਹੋ ਗਿਆ, ਫਿਰ ਡੈਥ ਬੈੱਡ ਤੇ ਚਲਾ ਗਿਆ, ਫਿਰ ਆ ਗਿਆ। ਮਰਨਾ ਜਿਉਣਾ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਮੈਂ ਸਮਝਦਾ ਕਿ ਬਾਡੀ ਜਿਹੜੀ ਹੈ, ਆ ਹੁਣ ਆਪਣੇ 2 ਮੁੱਠੀਆਂ ਨੇ, ਇੱਕ 'ਚ ਜ਼ਿੰਦਗੀ ਹੈ, ਇੱਕ 'ਚ ਮੌਤ ਹੈ। ਇਹਨਾਂ ਨੂੰ ਆਪਾਂ ਇਕੱਠੇ ਲੈ ਕੇ ਚੱਲਣਾ। ਮਰਨਾ ਮਰਾਉਣਾ ਤੋਂ ਡਰਨਾ ਨਹੀਂ ਚਾਹੀਦਾ ਕਦੇ। ਆ ਕਰੋਨਾ ਦੇ ਮੌਕੇ ਦੇ ਵਿੱਚ ਮੈਂ ਦੇਖ ਰਿਹਾ, ਪਿਛਲੇ 1 ਸਾਲ ਤੋਂ ਮੈਂ ਵੀ ਵਿਚਰ ਰਿਹਾ, ਹਾਲਾਂਕਿ ਮੈਂ ਤਹਿਤ ਰੱਖਦਾ, ਮਾਸਕ ਮੈਂ ਵੀ ਲਾਉਣਾ ਹੈ ਜੀ, ਮੈਂ ਵੀ ਬਹੁਤ ਘਰ ਦੇ ਸਾਡੇ ਇhtiyat ਰੱਖਦੇ ਨੇ, ਲੇਕਿਨ ਇੱਕ ਵਰਜਿਸ਼ ਕਰਨ ਨੂੰ, ਐਕਸਰਸਾਈਜ਼ ਕਰਨ ਨੂੰ ਆਪਾਂ ਨੂੰ ਕੌਣ ਰੋਕਦਾ ਹੈ? ਕੋਈ ਨਹੀਂ। ਆਪਾਂ ਹੀ ਹਾਏ ਕੀ ਬਣੂਗਾ, ਹਾਏ ਮਰ ਜਾਾਂਗੇ, ਫਲਾਨੇ ਮਰ ਰਹੇ ਨੇ, ਧਮਕੇ ਮਰ ਰਹੇ ਨੇ, ਆਪਾਂ ਇਹੀ ਸੋਚੇ 'ਚ ਆਪਣੀ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ। ਮੇਰੀ ਬੇਨਤੀ ਹੈ, ਮੈਂ ਹਮੇਸ਼ਾ, ਮੇਰਾ ਇੱਕ ਡਰੀਮ ਹੈ ਕਿ ਹਿੰਦੁਸਤਾਨ ਜਿਹੜਾ ਹੈ ਸਾਡਾ ਦੇਸ਼, ਇਹ ਸਪੋਰਟਸ ਓਰੀਐਂਟਡ ਦੇਸ਼ ਬਣੇ। ਇਹਦਾ ਹਰ ਨੌਜਵਾਨ, ਹਰ ਬੱਚਾ, ਹਰ ਬਜ਼ੁਰਗ, ਹਰ ਮਾਤਾ, ਭਾਵੇਂ ਉਹ ਬਜ਼ੁਰਗ ਨੇ, ਭਾਵੇਂ ਅੱਧ ਖੜਦੇ ਨੇ, ਭਾਵੇਂ ਉਹ ਜਵਾਨੀ 'ਚ ਨੇ, ਸਾਡੀਆਂ ਮਾਤਾਵਾਂ, ਸਾਡੀਆਂ ਧੀਆਂ, ਸਾਡੀਆਂ ਭੈਣਾਂ, ਇਹਨਾਂ ਨੂੰ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ।
ਸਾਡੀ ਬੇਸਿਕ ਪ੍ਰੋਬਲਮ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਸਾਡੀਆਂ ਲੇਡੀਜ਼ ਜਿਹੜੀਆਂ ਨੇ ਉਹ ਆਪਣੀ ਫਿਟਨੈਸ ਵੱਲ ਬਿਲਕੁਲ ਧਿਆਨ ਨਹੀਂ ਦਿੰਦੀਆਂ। ਸਾਰਾ ਦਿਨ ਨੂੰ ਫਿਕਰ ਲੱਗੇ ਰਹਿੰਦਾ, ਹਾਏ ਮੇਰਾ ਮੁੰਡਾ ਨਹੀਂ ਸੈੱਟ ਹੋਇਆ, ਮੇਰੀ ਕੁੜੀ ਨਹੀਂ ਸੈੱਟ ਹੋਈ, ਮੇਰਾ ਫਲਾਨਾ ਨਹੀਂ ਹੋਇਆ, ਧਮਕਾ ਨਹੀਂ ਹੋਇਆ, ਸ਼ੂਗਰ ਹੋ ਗਈ, ਇਹ ਹੋ ਗਿਆ। ਆਫਟਰ ਆਲ ਹਰੇਕ ਰੂਹ ਜਿਹੜੀ ਆਈ ਆ ਜਿਸਮ ਲੈ ਕੇ ਹੀ ਆਈ ਹੈ ਨਾ, ਤੇ ਉਸ ਰੂਹ ਦਾ ਕੀ ਫਰਜ਼ ਬਣਦਾ? ਕੋ ਆਪਾਂ ਨਵੇਂ ਬੱਚੇ ਨਹੀਂ ਜੰਮੇ, ਸਾਰੇ ਜੰਮਦੇ, ਆਪਾਂ ਵੀ ਅੱਧੀ ਜੰਮੇ। ਤੇ ਆਪਾਂ ਨੂੰ ਫਿੱਟ ਰਹਿਣਾ ਕਿੰਨਾ ਜ਼ਰੂਰੀ। ਪੁਰਾਣੀਆਂ ਬਜ਼ੁਰਗਣੀਆਂ ਜਿਹੜੀਆਂ ਆਪਣੀਆਂ ਸੀਗੀਆਂ ਮਾਤਾਵਾਂ, ਤੁਸੀਂ ਦੇਖੋ ਕਿੰਨੀਆਂ ਫਿੱਟ ਸੀ, ਕਿੰਨੀਆਂ ਕਿੰਨੀਆਂ ਉਮਰਾਂ ਸੀ ਉਹਨਾਂ ਦੀਆਂ। ਬਜ਼ੁਰਗ ਹਲ ਚਲਾਉਂਦੇ ਸੀ, ਖੇਤੀ ਕਰਦੇ ਸੀ, ਸਵੇਰੇ 4 ਵਜੇ ਹਲ ਜੋੜ ਲੈਂਦੇ ਸੀ, ਡੰਡ ਮਾਰਦੇ ਸੀ, ਤੇ ਉਹ ਜ਼ਿੰਦਗੀ ਦੇ ਵਿੱਚ ਕਿੰਨੇ ਫਿੱਟ ਸੀ। ਲੇਕਿਨ ਆਪਾਂ ਆਪਣਾ ਲਾਈਫ ਸਟਾਈਲ ਕਿੱਦਾਂ ਦਾ ਬਣਾ ਲਿਆ? ਦੇ ਪੀਜ਼ਾ, ਦੇ 버ਗਰ, ਦੇ ਫਲਾਨਾ, ਦੇ ਧਮਕਾ। ਮੈਂ ਕਹਿੰਦਾ ਖਾਓ। ਮੇਰਾ ਇਹ ਕਹਿਣਾ ਹੈ, ਮੈਂ ਡਾਕਟਰਾਂ ਦੀ ਗੱਲ ਤੇ ਬਾਹਲਾ ਨਹੀਂ ਜਾਂਦਾ, ਤੁਸੀਂ ਰੱਜ ਕੇ ਖਾਓ, ਰੱਜ ਕੇ ਵਰਜਿਸ਼ ਕਰੋ, ਰੱਜ ਕੇ ਕੰਮ ਕਰੋ, ਘਰ ਆਓ, ਸਾਰਾ ਕੁਝ ਪਾਸੇ ਲਾ ਕੇ ਤੇ ਸੌਂ ਜਾਓ, ਤੇ 1 ਘੰਟਾ 2 ਘੰਟੇ ਜਿੰਨੇ ਵੀ ਟਾਈਮ ਮਿਲਦੇ ਰੱਬ ਨਾਲ ਜੁੜ ਜਾਓ। ਕਿੰਨੀ ਸੌਖੀ ਜ਼ਿੰਦਗੀ ਹੈ। ਲੇਕਿਨ ਹਾਏ ਮੈਂ ਵੱਡੀ ਕੋਠੀ ਪਾਉਣੀ ਹੈ, ਹਾਏ ਉਹਦੇ ਕੋਲ 10 ਗੱਡੀਆਂ ਮੈਂ 20 ਬਣਾਉਣੀਆਂ, ਹਾਏ ਉਹਦੇ ਕੋਲ ਇੰਨਾ ਪੈਸਾ ਮੈਂ ਕਰਨਾ, ਇਹ ਚੀਜ਼ਾਂ ਆਪਾਂ ਆਪਣੀ ਜ਼ਿੰਦਗੀ ਖਰਾਬ ਕਰਤੀ। ਸੋ ਮੇਰੀ ਬੇਨਤੀ ਹੈ ਕਿ ਆਪਾਂ ਜ਼ਰੂਰ ਆਪਣੀ ਸਿਹਤ ਦਾ ਖਿਆਲ ਰੱਖੀਏ, ਆਪਣੀ ਹੈਲਥ ਦਾ ਖਿਆਲ ਰੱਖੀਏ, ਰੋਜ਼ ਵਰਜਿਸ਼ ਕਰਿਆ ਕਰੋ। ਹੁਣ ਮੈਂ ਕਦੇ ਪਿੱਠ ਦੁਖਦੀ ਹੈ, ਕਦੇ ਇੱਥੋਂ ਟੁੱਟਿਆ, ਮੇਰਾ ਸਕੈਨ ਹੋਇਆ ਬੋਡੀ ਦਾ, ਤੇ ਮੈਨੂੰ ਡਾਕਟਰ ਬਖਸ਼ੀ ਕਹਿੰਦਾ ਵੀ ਸਾਰਾ ਕੁਛ ਤਾਂ ਤੇਰਾ ਟੁੱਟਿਆ ਹੈ, ਦੇ ਆਰ ਮਲਟੀਪਲ ਫ੍ਰੈਕਚਰਸ ਇਨ ਯੋਰ ਬੋਡੀ। ਮੈਨੂੰ ਕਹਿੰਦਾ ਉੱਤੇ ਤੋਂ ਲੈ ਕੇ ਥੱਲੇ ਤੱਕ ਤੂੰ ਤੁਰਿਆ ਕਿਵੇਂ ਫਿਰਦਾ? ਤੇਰੀ ਰੀੜ੍ਹ ਦੀ ਹੱਡੀ ਦੇ ਵਿੱਚ 3-3 4-4 ਫ੍ਰੈਕਚਰ ਹੈ। ਮੈਂ ਤਾਂ ਹੈਰਾਨ ਆ। ਉਹ ਮੈਂ ਕਿਹਾ ਜੀ ਗੱਲ ਇਹ ਹੈ, ਮੈਂ ਇਹ ਨਹੀਂ ਸੋਚਦਾ ਵੀ ਮੇਰੇ ਅੰਦਰ ਕੀ ਹੋ ਰਿਹਾ, ਮੈਨੂੰ ਇਹ ਪਤਾ ਮੈਨੂੰ ਕਰਨਾ ਕੀ ਚਾਹੀਦਾ। ਮੈਂ ਡਾਕਟਰ ਸਾਹਿਬ 2 ਘੰਟੇ ਜਿਮ ਮਾਰਨਾ ਹੀ ਮਾਰਨਾ, ਮੈਂ ਭੱਜਣਾ ਹੀ ਭੱਜਣਾ, ਮੈਂ ਤੁਰਨਾ ਹੀ ਤੁਰਨਾ, ਪਾ ਮੇਰੇ ਗੋਡੇ ਨਹੀਂ ਤੁਰਦੇ। ਉਹ ਡਿਟਰਮੀਨੇਸ਼ਨ ਮੈਨੂੰ ਲਈ ਫਿਰਦੀ ਆ। ਨਹੀਂ ਤਾਂ ਡਾਕਟਰਾਂ ਦੇ ਤੇ ਮੈਡੀਕਲ ਦੇ ਹਿਸਾਬ ਨਾਲ ਤਾਂ ਮੈਨੂੰ 10 ਸਾਲ ਪਹਿਲਾਂ ਮਰ ਜਾਣਾ ਚਾਹੀਦਾ ਸੀ। ਹੁਣ ਵੀ ਮੈਨੂੰ ਕਹਿ ਦਿੰਦੇ ਤੈਨੂੰ ਹਾਰਟ ਅਟੈਕ ਹੋ ਜਾਊਗਾ, ਤੈਨੂੰ ਫਲਾਨਾ ਹੋ ਜਾਊਗਾ, ਤੇ ਮੈਂ ਕਿਹਾ ਜੀ ਕਿਹੜੀ ਨਵੀਂ ਗੱਲ ਹੈ, ਹਰੇਕ ਨੂੰ ਹੁੰਦਾ। ਪਰ ਮੈਨੂੰ ਪਤਾ ਹੈ ਮੈਂ ਉਦੋਂ ਜਾਣਾ ਜਦ ਮੇਰਾ ਦਿਲ ਕਰੂਗਾ। ਮੈਂ ਰੱਬ ਨੂੰ ਕਹਾਂ ਵੀ ਹੁਣ ਮੈਂ ਤਿਆਰ ਹਾਂ। ਸੋ ਉਹਦੇ ਵਾਸਤੇ ਕੀ ਹੈ, ਚੰਗੀ ਵਰਜਿਸ਼ ਬਹੁਤ ਜ਼ਰੂਰੀ ਹੈ। ਸਰੀਰ ਨੂੰ ਤਪਾਉਣਾ ਬਹੁਤ ਜ਼ਰੂਰੀ ਹੈ। ਭਾਵੇਂ ਜਿਹੜੀ ਮਰਜ਼ੀ ਉਮਰ ਹੋਵੇ, ਤੂੰ 60 ਸਾਲ ਦਾ ਹੋ ਗਿਆ, ਤੂੰ 50 ਸਾਲ ਦਾ ਹੋ ਗਿਆ, ਤੂੰ 75 ਸਾਲ ਦਾ ਹੋ ਗਿਆ, ਉਹ ਇਹ ਸਾਰੀ ਤਾਂ ਉਮਰ ਸਭ ਨੇ ਹੰਡਾਉਣੀ ਹੈ। ਪਰ ਹੰਡਾਉਣੀ ਕਿਵੇਂ ਹੈ? ਆਹ ਜਿਹੜਾ ਹੈ ਨਾ, ਆਹ ਜਿਹੜਾ ਮਾਈਂਡ ਹੈ, ਇਹ ਬਹੁਤ ਵੱਡੀ ਚੀਜ਼ ਹੈ। ਜਦ ਤੁਸੀਂ ਇਹਨੂੰ ਤਕੜਾ ਕਰਦੇ ਹੋ, ਇਹਨੂੰ ਕਹਿੰਦੇ ਨਹੀਂ ਮੈਂ ਇੱਦਾਂ ਕਰਨਾ ਹੈ, ਆਪਾਂ ਯਾਰ ਛੱਡ ਪਰੇ ਅੱਜ ਜਿਮ ਨਹੀਂ ਜਾਣਾ, ਅੱਜ ਛੱਡ ਪਰੇ ਆਪਾਂ ਭੱਜਣ ਨਹੀਂ ਜਾਣਾ, ਛੱਡ ਪਰੇ ਆਪਾਂ ਇੱਧਰ ਨਹੀਂ ਜਾਣਾ, ਨਹੀਂ। ਡਿਸਿਪਲਿਨ ਬਣਾ ਕੇ ਉੱਠੋ ਔਰ ਕਰੋ। ਆਪਣੇ ਮਾਈਂਡ ਨੂੰ ਦੱਸੋ ਕਿ ਮੈਂ ਕਰਨਾ। ਦੂਜੀ ਗੱਲ ਮੈਂ ਤੁਹਾਨੂੰ ਹੋਰ ਕਹੂੰਗਾ, ਮੈਂ ਫੇਰ ਕਹਿਣਾ, ਤੁਸੀਂ ਸਾਰੇ ਨਾਲ ਨੋਰਮਲ ਡਾਈਟ ਤੇ ਆਓ। ਸਾਰੇ ਆਹ ਡਾਕਟਰ ਜਿਹੜੇ ਤੁਹਾਨੂੰ ਡਾਈਟਾਂ ਚਾਰਟ ਬਣਾ ਕੇ ਦਿੰਦੇ ਨਾ, ਮੈਂ ਇਹਨਾਂ 'ਚ ਬਿਲੀਵ ਨਹੀਂ ਕਰਦਾ। ਮੇਰਾ ਬਿਲੀਵ ਹੈ, ਮੈਂ ਗਲਤ ਹੋ ਸਕਦਾ, ਮੈਨੂੰ ਕੋਈ ਅਫੈਂਡ ਨਹੀਂ ਹੈ ਕਿਸੇ ਨੂੰ। ਤੁਸੀਂ ਆਪਣੀ ਨੋਰਮਲ ਡਾਈਟ ਖਾਓ, ਔਰ ਜੇ ਤੁਹਾਡੇ 4 ਨੌਕਰ ਨੇ ਘਰ 'ਚ, ਆਪਣੀ ਡਾਈਟ ਆਪ ਬਣਾ ਕੇ ਖਾਓ। ਤੁਹਾਨੂੰ ਪਤਾ ਹੋਣਾ ਚਾਹੀਦਾ। ਅੱਜ ਕੱਲ੍ਹ ਬੜੇ ਲੋਕੀ ਜੀ ਜਿਮ ਜਾਣਾ, ਮੁੰਡੇ ਜਿਹੜੇ ਹੈਗੇ ਆ, ਆਹ ਨਹੀਂ ਖਾਣਾ, ਕਾਬਜ਼ ਨਹੀਂ ਖਾਣੇ, ਤਿਮਕਾ ਨਹੀਂ ਖਾਣੇ। ਮੈਂ ਇੰਨੀ ਕੰਪਲੀਕੇਸ਼ਨ ਨਹੀਂ ਹੋਣੀ ਚਾਹੀਦੀ, ਪ੍ਰੋਵਾਈਡਡ ਤੁਸੀਂ ਸਾਇੰਟੀਫਿਕਲੀ ਇੱਕ ਬੋਡੀ ਬਿਲਡਰ ਬਣਨਾ ਹੈ ਜਾਂ ਤੁਸੀਂ ਕੰਪੀਟੀਸ਼ਨ ਲੜਨਾ। ਬਟ ਇੱਕ ਨੋਰਮਲ ਜਿੱਦਾਂ ਪਹਿਲਾਂ ਲੋਕ ਜਿਉਂਦੇ ਸੀ, ਚੰਗਾ ਖਾਣਾ, ਸਵੇਰੇ 4 ਵਜੇ ਉੱਠਣਾ, ਨਹਾ ਧੋ ਕੇ ਚੌਂਕੜਾ ਮਾਰਨਾ, 5, 5:30, 6 ਵਜੇ ਘਰੋਂ ਨਿਕਲ ਜਾਣਾ, ਸੈਰ ਕਰਕੇ ਆਉਣੀ ਆ, ਭੱਜ ਕੇ ਆਉਣਾ, ਸਾਈਕਲ ਚਲਾ ਕੇ ਆਉਣਾ, ਜਿਮ ਜਾਣਾ, 8-9 ਵਜੇ ਆਉਣਾ, ਬ੍ਰੇਕਫਾਸਟ ਖਾਣਾ, ਤੇ ਆਪਾਂ ਉਸ ਤੋਂ ਬਾਅਦ ਆਪਣੇ ਆਪਣੇ ਦਫ਼ਤਰ, ਆਪਣੇ ਆਪਣੇ ਕੰਮ ਤੇ ਤੁਰ ਜਾਣਾ। ਹੁਣ ਖਾਣਾ ਕੀ ਹੈ? ਆਪ ਪਰਟੀਕੂਲਰ ਚੰਗੀ ਚੀਜ਼ ਖਾਓ, ਆਂਡੇ ਖਾਓ, ਵੈਜੀਟੇਰੀਅਨਸ ਖਾਓ, ਨੌਨ ਵੈਜ ਖਾਓ, ਈਟ ਵੈਲ, ਇਹ ਮੈਂ ਕਹਿਣਾ। ਲੇਕਿਨ ਜ਼ਿਆਦਾ ਖਾਣ ਦੀ ਲੋੜ ਨਹੀਂ। ਹੁਣ ਪੁਰਾਣੇ ਜ਼ਮਾਨੇ 'ਚ ਮੈਂ ਦੇਖਿਆ ਵੀ ਜਿਹੜੇ ਆਪਣੇ ਬਜ਼ੁਰਗ ਸੀ, ਜਿਹੜੇ ਹਲ ਜੋੜਦੇ ਸੀ, ਯਾਰ ਖੇਤੀ ਜੱਟ ਜਾਂਦਾ ਹੁੰਦਾ ਜਾਂ ਜ਼ਿਮੀਂਦਾਰ ਜਾਂਦੇ ਸੀਗੇ, ਉਹ ਕੀ ਕਰਦੇ, ਸਵੇਰੇ ਉਹਨਾਂ ਨੇ ਜੀ 4 ਵਜੇ ਉੱਠ ਕੇ ਤੇ ਆਪਣਾ ਪਾਠ ਪੂਜਾ ਕਰਕੇ ਤੇ ਰੋਟੀ ਰਾਟੀ ਖਾ ਕੇ ਤੇ ਖੇਤ ਨੂੰ ਚਲੇ ਜਾਣਾ। ਤੇ ਖੇਤ ਤੇ ਜਾਣ ਤੋਂ ਬਾਅਦ ਉਹਨਾਂ ਨੇ ਉੱਥੇ ਹੀ ਫਿਰ ਉਹਨਾਂ ਦੀ ਰੋਟੀ ਆ ਜਾਂਦੀ ਸੀ, ਫਿਰ ਹਲ ਜੋਤਣਾ, ਬਲਦਾਂ ਨੂੰ ਚਲਾਉਣਾ, ਕਿੱਡਾ ਮਿਹਨਤ ਵਾਲਾ ਕੰਮ ਸੀ। ਔਰ ਸ਼ਾਮ ਨੂੰ 7 ਵਜੇ ਰੋਟੀ ਖਾ ਕੇ 8, 8:30 ਵਜੇ ਸੌ ਜਾਂਦੇ ਸੀ। ਆਪਾਂ ਰਾਤ ਦੇ 11 ਵਜੇ ਤੱਕ ਨਹੀਂ ਸੌਂਦੇ, 12 ਵਜੇ ਤੱਕ ਨਹੀਂ ਸੌਂਦੇ, 2 ਵਜਾ ਦਿੰਦੇ ਆ। ਆਹ ਮੋਬਾਈਲ ਯੱਬ ਖਾਨਾ ਹੀ ਹੈ ਨਿਰਾ ਹੀ। ਪਹਿਲਾਂ ਟੈਲੀਫੋਨ ਆਏ ਸੀ, ਉਹ ਮੈਨੂੰ ਐਂ ਲੱਗਦਾ ਸੀ ਵੀ ਕਿੱਥੇ ਆ, ਟੈਲੀਵਿਜ਼ਨ ਆ ਗਿਆ। ਫਿਰ ਜਦ ਯੂਵੀ ਖੇਡਦਾ ਸੀ, ਮੈਂ ਟੀਵੀ ਟੂਵੀ ਸਭ ਬੰਦ ਕਰਤੇ ਘਰ 'ਚ। ਮੈਂ ਬੰਦ ਕਰੋ ਇਹਨੂੰ, ਸਭ ਟੈਲੀਫੋਨ ਵੀ ਬੰਦ ਕਰੋ, ਜਿਹਨੇ ਆਉਣਾ ਹੋਊਗਾ ਆਊਗਾ, ਨਹੀਂ ਤਾਂ ਨਾ ਸੀ। ਸੋ
ਇਹ ਆਪਾਂ ਸਾਰਾ ਆਪਣੇ ਜਿਹੜੇ ਆ ਗੈਜਟਸ ਆਪਾਂ ਬਣਾਏ ਆ, ਇਹ ਆਪਣੀ ਸਿਹਤ ਤੇ ਬਹੁਤ ਅਸਰ ਕਰਦੇ ਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਜ਼ਿੰਦਗੀ ਨੂੰ ਆਪਾਂ ਨੂੰ ਇਹੋ ਜਿਹਾ ਡਿਸਪਲਿਨ ਬਣਾਓ ਪਲੀਜ਼, ਫॉर गॉड ਸੇਕ। ਇਹ ਕਰੋਨਾ ਸ਼ਰਾਨਾਂ ਨੂੰ ਪਹਿਲਾਂ ਤਾਂ ਭੁੱਲ ਜਾਓ, ਛੱਡੋ ਪਰੇ। ਕਿਸੇ ਨੂੰ ਜ਼ੁਕਾਮ ਹੋ ਗਿਆ, ਬਿਮਾਰ ਹੋ ਗਿਆ, ਪਹਿਲਾਂ ਵੀ ਲੋਕ ਮਰਦੇ ਸੀ, ਨਮੂਨੀਆ ਹੋ ਗਿਆ ਜੀ, ਇਹਨੂੰ ਟਾਈਫਾਇਡ ਹੋ ਗਿਆ ਜੀ, ਇਹਨੂੰ ਫਲਾਨਾ ਹੋ ਗਿਆ। ਪਹਿਲੀ ਗੱਲ ਇਹਨੂੰ ਛੱਡੋ। ਵਰਜਿਸ਼ ਆਪਣਾ ਇੱਕ ਟਾਈਮ ਟੇਬਲ ਬਣਾ ਲਓ। ਮੇਰੀ ਬੇਨਤੀ ਹੈ ਤੁਸੀਂ ਕਰੋ ਪਲੀਜ਼। ਸਵੇਰੇ 5 ਵਜੇ ਉੱਠੋ, ਉੱਠ ਕੇ ਆਪਦਾ ਨਹਾ ਧੋ ਕੇ ਅੱਧਾ ਪੌਣਾ ਘੰਟਾ ਜਾ ਕੇ ਵਰਜਿਸ਼ ਕਰੋ। ਭੱਜੋ, ਜਾਓ, ਸੈਰ ਕਰਨ ਜਾਓ, ਸਾਈਕਲ ਚਲਾਓ, ਜਿਮ ਜਾਓ, ਵਾਪਸ ਆਓ, ਬ੍ਰੇਕਫਾਸਟ ਖਾਓ, ਨਹਾਓ ਧੋ, ਪੂਜਾ ਪਾਠ ਕਰੋ, ਆਪਣਾ ਦਿਨ ਸ਼ੁਰੂ ਕਰੋ। ਮੈਂ ਪੂਜਾ ਪਾਠ ਤੇ ਜ਼ੋਰ ਇਸ ਕਰਕੇ ਦੇ ਰਿਹਾ, ਤੁਸੀਂ ਜਿੰਨਾ ਯੂਨੀਵਰਸ ਨਾਲ ਕਨੈਕਟਡ ਰਹੋਗੇ। ਆਪਾਂ ਗੱਲ ਕਰ ਰਹੇ ਸੀ ਬਾਬਾ ਦੀਪ ਸਿੰਘ ਜੀ ਦੀ, ਆਪਾਂ ਗੱਲ ਕਰ ਰਹੇ ਸੀ ਸਿੰਘਾਂ ਦੀ, ਆਪਾਂ ਗੱਲ ਕਰ ਰਹੇ ਸੀ ਯੋਧਿਆਂ ਦੀ, ਹਾਂਜੀ, ਸੂਰਮਿਆਂ ਦੀ। ਉਹ ਐਡੇ ਤਕੜੇ ਕਿਉਂ ਸੀ? ਉਹ ਇਸ ਕਰਕੇ ਐਡੇ ਤਕੜੇ ਸੀ ਕਿਉਂਕਿ ਉਹ ਖਾਣ ਪੀਣ ਤੋਂ ਇਲਾਵਾ, ਵਰਜਿਸ਼ ਕਰਨ ਤੋਂ ਇਲਾਵਾ, ਆਪਣੇ ਕੰਮ ਕਰਨ ਤੋਂ ਇਲਾਵਾ ਉਸ ਖੁਦਾ ਨਾਲ ਬਹੁਤ ਜੁੜੇ ਹੋਏ ਸੀ। ਤੁਸੀਂ ਯਾਦ ਰੱਖਣਾ ਮੇਰੀ ਗੱਲ, ਜੇ ਤੁਸੀਂ ਖੁਦਾ ਨਾਲ ਇੱਕ ਮਿਕ ਹੋਏ ਹੋ, ਯੂਨੀਵਰਸ ਦੇ ਨਾਲ, ਉਸ ਰੱਬ ਦੇ ਨਾਲ, ਤਾਂ ਤੁਹਾਨੂੰ ਪਾਵਰ ਮਿਲਦੀ ਹੈ। ਉਹ ਐਡੀ ਤਾਕਤ ਤੁਹਾਨੂੰ ਦੇ ਦਿੰਦਾ ਹੈ। ਤੁਹਾਡਾ ਚਿਹਰਾ ਲਾਲ ਦਗਦਾ ਹੈ, ਤੁਹਾਡੇ ਬੋਲ 'ਚ, ਤੁਹਾਡੀ ਗੱਲ 'ਚ, ਤੁਹਾਡੇ ਜਿਸਮ 'ਚ ਉਹ ਔਰਾ ਆਉਂਦਾ ਹੈ ਉਸ ਗੁਰੂ ਦਾ, ਉਸ ਪੀਰਾਂ ਦਾ, ਉਸ ਖੁਦਾ ਦਾ। ਔਰ ਫਿਰ ਜਦ ਤੁਸੀਂ ਉਹਨੂੰ ਵਰਜਿਸ਼ ਦੇ ਵਿੱਚ ਤਬਦੀਲ ਕਰਦੇ ਹੋ, ਤੁਹਾਡੀ ਮੈਡੀਟੇਸ਼ਨ, ਜਿਮ ਮਾਰਦੇ ਹੋ, ਡੰਡ ਮਾਰਦੇ ਹੋ, ਪੁਸ਼ਅਪਸ ਮਾਰਦੇ ਹੋ, ਪੁਲਅਪਸ ਮਾਰਦੇ ਹੋ, ਸਿਟਅਪਸ ਮਾਰਦੇ ਹੋ, ਫਿਰ ਚੰਗੀ ਖੁਰਾਕ ਖਾਂਦੇ ਹੋ, ਠੀਕ ਆ, ਕੋਈ ਗੰਦ ਨਹੀਂ, ਦਾਰੂਆਂ, ਸ਼ਾਰੂਆਂ, ਫੀਮਾਂ, ਸ਼ੀਮਾਂ, ਇਹ ਉਹ ਫਲਾਨਾ, ਲਟਰਮ ਪਟਰਮ, ਡਰੱਗਸ, ਇਹ ਵੀ ਕੋਈ ਨਸ਼ਾ। ਨਸ਼ਾ ਤਾਂ ਖੁਦਾ ਦਾ, ਨਸ਼ਾ ਤਾਂ ਵਰਜਿਸ਼ ਦਾ। ਤੁਸੀਂ ਜਿਮ 2 ਘੰਟੇ ਮਾਰ ਕੇ ਦੇਖੋ, ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਮੇਰਾ ਜਿਸਮ ਫਟ ਜਾਊਗਾ। ਉਹ 2-3 ਘੰਟੇ ਜਿਹੜੇ ਮੈਂ ਜਿਮ ਮਾਰਦਾ ਜਾਂ ਐਕਸਰਸਾਈਜ਼ ਕਰਦਾ ਜਾਂ ਪੁਸ਼ਅਪਸ ਮਾਰਦਾ, ਜੋ ਵੀ ਕਰਦਾ, ਕਈ ਵਾਰੀ ਸਰੀਰ ਅਲਾਉ ਨਹੀਂ ਕਰਦਾ, ਫਿਰ ਵੀ ਕਰੀਦਾ। ਪਰ ਉਸ ਤੋਂ ਬਾਅਦ ਜਿਹੜਾ ਨਸ਼ਾ ਆਉਂਦਾ, ਉਹ ਨਸ਼ੇ ਦਾ ਕੋਈ ਨਸ਼ਾ ਮੁਕਾਬਲਾ ਨਹੀਂ ਕਰ ਸਕਦਾ। ਤੁਸੀਂ ਦੇਖੋ, ਜਿਸਮ ਹੋਵੇ, ਛਾਤੀ ਹੋਵੇ, 50-55 ਇੰਚ ਦੀ ਛਾਤੀ ਆ, ਡਾਲੇ ਆ, ਫਸਟ ਕਲਾਸ ਤੁਹਾਡੀ ਸਰੀਰ ਹੋਵੇ। ਮੈਂ ਉਹ ਨਹੀਂ ਕਹਿ ਰਿਹਾ, ਉਹ ਬੋਡੀ ਬਿਲਡਰ ਦੀ ਹੋਰ ਗੱਲ ਹੈ ਵੀ ਜਿਹੜਾ ਆਪਣਾ ਸਰੀਰ ਭਾਵੇਂ ਤੁਸੀਂ ਫਟੀ ਬੋਰੀ ਪਾ ਕੇ ਤੁਰ ਪੋ, ਲੋਕੀ ਕਹਿਣਗੇ ਆਹ ਭਾਈ ਕੌਣ ਤੁਰਿਆ ਜਾਂਦਾ ਹੈ ਨਾ, ਆਡਾ ਚਗਾਠਾ, ਐਡੀ ਗੱਲ, ਐਡੀ ਪਾਵਰ, ਐਡੀ ਤਾਕਤ। ਫਿਰ ਨਿਮਰਤਾ, ਹਲੀਮੀ, ਉਹ ਬਹੁਤ ਜ਼ਰੂਰੀ। ਸੋ ਮੈਂ ਤਾਂ ਤੁਹਾਡੇ ਨਾਲ ਗੱਲਾਂ ਕਰਦਾ, ਮੇਰਾ ਬੜਾ ਮਨ ਸੀ ਅੱਜ ਤੁਹਾਡੇ ਨਾਲ ਗੱਲ ਕਰਨ ਦਾ ਕਿ ਤੁਸੀਂ ਵਰਜਿਸ਼ ਕਰੋ, ਟਾਈਮ ਟੇਬਲ, ਚੰਗਾ ਖੁਰਾਕ ਖਾਓ, ਮੈਡੀਟੇਸ਼ਨ ਜ਼ਰੂਰ ਕਰੋ, ਪਾਠ ਪੂਜਾ ਆਪਣੇ ਤੁਸੀਂ ਜ਼ਿਹਨ 'ਚ ਲਿਆ ਕੇ ਦੇਖੋ। ਜਦ ਹੁਣ ਮੈਂ ਕੀ ਕਰਦਾ, ਜਦ ਜਿਮ ਕਰਦਾ ਨਾ ਜੀ, ਤੇ ਮੈਂ ਉੱਥੇ ਆਪਣੇ ਕੰਨਾਂ 'ਚ ਲਾ ਕੇ ਉਹ ਜਿਹੜੇ ਆਹ ਹੈਗੇ ਆ, ਹੈ ਜੀ, ਸਪੀਕਰ, ਤੇ ਮੈਂ ਪਾਠ ਲਾ ਦਿੰਦਾ, ਇੱਕ ਓਮਕਾਰ, ਸਤਨਾਮ, ਵਾਹਿਗੁਰੂ ਵਾਹਿਗੁਰੂ, ਉਹ ਚੱਲਦਾ ਰਹਿੰਦਾ। 2 ਘੰਟੇ ਵਰਜਿਸ਼ ਕਰਨੀ ਹੈ ਤਾਂ 2 ਘੰਟੇ ਪਾਠ ਹੀ ਚੱਲਦਾ ਰਹਿੰਦਾ। ਤੁਸੀਂ ਬਿਲੀਵ ਕਰਨਾ, ਐਕਸਪੈਰੀਮੈਂਟ ਕਰਕੇ ਦੇਖਿਓ, ਜਦ ਤੁਸੀਂ ਜਿਮ ਕਰਕੇ ਹਟੋਗੇ ਤੁਹਾਨੂੰ ਐ ਲੱਗੂਗਾ ਮੇਰਾ ਨਾ ਸਰੀਰ ਫਟ ਜਾਊਗਾ। ਸੋ ਤੁਸੀਂ ਦਫ਼ਤਰ ਵੀ ਬੈਠੇ ਹੋ ਨਾ, ਦਫ਼ਤਰ ਜਾਂਦੇ ਹੋ, ਹੈ ਜੀ, ਤੇ ਜਾ ਕੇ ਕਹੋ ਮਹਾਰਾਜ ਤੁਸੀਂ ਬਿਰਾਜਮਾਨ ਹੋ, ਜੋ ਕਰਾਉਣਾ ਤੁਸੀਂ ਕਰਾਉਣਾ। ਇਸ ਤਰ੍ਹਾਂ ਦੀ ਮੈਂ ਚਾਹੁੰਦਾ ਇੱਕ ਲਾਈਫ ਆਪਣੇ ਯੰਗ, ਆਪਣੇ ਜਿਹੜੇ ਵੱਡ ਵਡੇਰੇ ਸਾਰੇ ਹੋਰ, ਹੈ ਜੀ, ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਅਡੋਪਟ ਕਰੇ। ਮੈਂ ਬੇਸਿਕਲੀ ਨੌਜਵਾਨਾਂ ਵਾਸਤੇ ਜ਼ਿਆਦਾ ਇਹ ਗੱਲ ਕਹਿ ਰਿਹਾ ਵੀ ਤੁਸੀਂ ਇਹ ਗੱਲ ਮੇਰੀ ਮੰਨ ਕੇ ਦੇਖੋ, ਪ੍ਰੈਕਟੀਕਲ ਕਰਕੇ ਦੇਖੋ। 1 ਮਹੀਨਾ ਵੀ ਮੈਨੂੰ ਸਾਨੂੰ ਬਾਈ ਜੀ ਨੇ ਕਿਹਾ, 1 ਮਹੀਨਾ ਤੁਸੀਂ ਆਪਣਾ ਸਵੇਰੇ 5 ਵਜੇ ਉੱਠ ਕੇ ਆਪਣੀ ਵਰਜਿਸ਼ ਕਰਕੇ ਵਾਪਸ ਆ ਕੇ ਨਹਾ ਕੇ ਪਾਠ ਪੂਜਾ ਘੰਟਾ ਅੱਧਾ ਘੰਟਾ ਜਿੰਨਾ ਵੀ ਟਾਈਮ ਮਿਲਦਾ ਕਰਕੇ ਅੱਛਾ ਖਾਣਾ ਖਾ ਕੇ ਆਪਣੇ ਕੰਮ ਤੇ ਜਾਓ, ਵਾਪਸ ਆਓ, ਲੰਚ ਟਾਈਮ ਸਿਰ ਖਾਓ। ਤੁਸੀਂ ਸਿੰਪਲ ਫੂਡ ਹੀ ਖਾ ਕੇ ਦੇਖ ਲਿਓ, ਤੇ ਜਦ ਤੁਸੀਂ ਸ਼ਾਮ ਨੂੰ ਘਰ ਜਾਓਗੇ ਵਾਪਸ ਨਹਾ ਧੋ ਕੇ ਅੱਧਾ ਘੰਟਾ ਪਾਠ ਪੂਜਾ ਫਿਰ ਕਰਨੀ ਹੈ। ਥੈਂਕ ਯੂ ਗੋਡ, ਰੱਬ ਤੇਰਾ ਸ਼ੁਕਰ ਹੈ ਮੈਂ ਵਾਪਸ ਆ ਕੇ ਭਾਈ ਸਾਰਾ ਦਿਨ ਤੂੰ ਬੜਾ ਚੰਗਾ ਗੁਜ਼ਾਰਿਆ, ਜੋ ਕੁਛ ਕੀਤਾ ਤੂੰ ਕੀਤਾ। ਉਸ ਤੋਂ ਬਾਅਦ ਟਾਈਮ ਸਿਰ ਸੌ, ਆਪਣਾ ਸਵੇਰੇ ਉੱਠੋ 4, 4:30, 5 ਵਜੇ। ਫਿਰ ਤੁਸੀਂ ਇਹ ਰੂਟੀਨ 1 ਮਹੀਨਾ ਬਣਾ ਕੇ ਦੇਖਿਓ। ਆ ਕਰੋਨਾ ਸ਼ਰੋਨਾ ਤੁਹਾਨੂੰ ਜੇ ਇਫੈਕਟ ਕਰ ਗਿਆ ਤਾਂ ਮੈਨੂੰ ਕਹਿ ਦਿਓ। ਇਹ ਸਿਰਫ ਤੁਹਾਡਾ ਮਾਈਂਡ ਦਾ ਨਾ, ਆਪਣੀ ਸੋਚ ਹੈ। ਕਰੋਨਾ ਨੂੰ ਇੰਨਾ ਹਊਆ ਬਣਾਤਾ ਹੈ ਕਿ ਉਹਨੂੰ ਕਰੋਨਾ ਹੋ ਗਿਆ, ਉਹਨੂੰ ਪੋਜ਼ੀਟਿਵ ਆ ਗਿਆ, ਉਹਨੂੰ ਨੈਗੇਟਿਵ ਆ ਗਿਆ, ਉਹਦੇ ਨਾਲ ਹੀ ਲੋਕੀ ਮਰੀ ਜਾਂਦੇ ਆ। ਮੌਤ ਪਤਾ ਕਦ ਆਉਂਦੀ ਹੈ? ਜਦ ਬੰਦਾ ਹੌਕਾ ਲੈਂਦਾ, ਹਾਏ ਐ ਕਰਦਾ ਤਾਂ ਹਾਰਟ ਬੰਦ ਹੁੰਦਾ, ਕਿਉਂਕਿ ਹਾਰਟ ਤੇ ਜ਼ੋਰ ਪੈਂਦਾ। ਹੌਕੇ ਨਾਲ ਹੀ ਬੰਦੇ ਮਰਦੇ ਆ। ਨੋਰਮਲ ਡੈਥ ਕਿਸੇ ਦੀ ਹੁੰਦੀ। ਨੋਰਮਲ ਡੈਥ ਪਤਾ ਕਿਸੇ ਦੀ ਹੁੰਦੀ ਹੈ? ਜਿਹੜੇ ਸੌਂਦੇ ਨੇ, ਅੱਛਾ ਵਾਹਿਗੁਰੂ ਹੁਣ ਬਹੁਤ ਕੁਝ ਕਰ ਲਿਆ, ਹੁਣ ਮੇਰੀ 80-90 ਸਾਲ ਦੀ ਉਮਰ ਹੋ ਗਈ, ਲੈ ਹੁਣ ਆਪਾਂ ਚੱਲੀਏ ਤੇ ਕਿਤੇ ਹੋਰ ਮੈਨੂੰ ਜਿੱਥੇ ਡਿਊਟੀ ਲਾਉਣੀ ਹੈ ਲਾ ਦੇ। ਉਹ ਬੰਦੇ ਸੁੱਤੇ ਸੁੱਤੇ ਚਲੇ ਜਾਂਦੇ ਨੇ, ਨਾ ਹਾਏ ਨਾ ਫਾਏ, ਸੁੱਤੇ ਚਲਾ ਗਿਆ। ਹੈਲਦੀ ਬਾਡੀਜ਼
ਮੈਂ ਇੰਨੇ ਹੈਲਦੀ ਬੰਦੇ ਜਾਂਦੇ ਦੇਖੇ ਸੁੱਤੇ ਸੁੱਤੇ, ਕਿਉਂਕਿ ਦੇ ਹੈਵ ਡਨ ਇਨਫ ਇਨ देयर ਲਾਈਫ। ਮੌਤ ਦਾ ਤਾਂ ਇਹ ਹਾਲ ਹੈ ਕਿ ਅਸੀਂ ਜਿਮ 'ਚ ਮੇਰੇ ਕਈ ਯਾਰ ਦੋਸਤ ਗੁਜ਼ਰ ਗਏ ਜਿਹੜੇ ਕਹਿੰਦੇ ਕਿ ਉਹਦੇ ਬੋਡੀ ਬਿਲਡਰ ਸੀ, ਕਹਿੰਦੇ ਕਿ ਉਹਦੇ ਸਿਹਤ ਸੀ, ਸਿਰਫ ਇੱਥੋਂ ਬੰਦਾ ਵੀਕ ਹੋ ਜਾਂਦਾ ਹੈ। ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ, ਮਾਸਕ ਵੀ ਪਾਓ, ਆਪਣੀ ਕੇਅਰ ਵੀ ਕਰੋ, ਡਿਸਟੈਂਸ ਵੀ ਰੱਖੋ, ਜੋ ਰੂਲਸ ਐਂਡ ਰੈਗੂਲੇਸ਼ਨ ਸਭ ਕੁਝ ਕਰੋ, ਵਰਜਿਸ਼ ਕਰੋ, ਸਵੇਰੇ ਜਲਦੀ ਉੱਠੋ, ਪਾਠ ਪੂਜਾ ਕਰੋ। ਆਪਣਾ ਦੇਸ਼ ਤਾਂ ਇਹ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ, ਗੁਰੂਆਂ ਪੀਰਾਂ ਦਾ ਦੇਸ਼ ਹੈ। ਉਹ ਆਪਾਂ ਨੂੰ ਸਿਖਾ ਗਏ ਵੀ ਰੱਬ ਨਾਲ ਜੁੜ। ਆਪਾਂ ਦੁੱਖ ਭੋਗ ਰਹੇ ਹਾਂ, ਆਪਾਂ ਇਸ ਕਰਕੇ ਜ਼ਿੰਦਗੀ 'ਚ ਕਮਜ਼ੋਰ ਹੋ ਗਏ ਹਾਂ ਕਿਉਂਕਿ ਆਪਾਂ ਰੱਬ ਤੋਂ ਬੇਮੁਖ ਹੋ ਗਏ, ਆਪਣੇ ਗੁਰੂਆਂ ਪੀਰਾਂ ਤੋਂ, ਦੇਵੀ ਦੇਵਤਿਆਂ ਤੋਂ ਬੇਮੁਖ ਹੋ ਗਏ ਦਿਲ ਨਾਲ। ਇਹ ਨਹੀਂ ਵੀ ਮੰਦਰ ਜਾ ਕੇ ਤੱਲੀ ਬਜਾਦੀ ਤੇ ਬਹਿ ਗਏ, ਤੇ ਗੁਰਦੁਆਰੇ ਜਾ ਕੇ ਬਹਿ ਗਏ, ਤੇ ਉੱਥੇ ਮਸਜਿਦ ਜਾ ਕੇ ਬਹਿ ਗਏ, ਨਹੀਂ, ਦਿਲੋਂ ਹੈ ਪਿਆਰ ਨਾਲ, ਜਿਵੇਂ ਆਪਾਂ ਬਜ਼ੁਰਗਾਂ ਦਾ ਕਰਦੇ ਹਾਂ। ਠੀਕ ਹੈ, ਮੈਂ ਬਾਬਾ ਦੀਪ ਸਿੰਘ ਜੀ ਮਹਾਰਾਜ, ਬਾਪੂ ਜੀ ਮੈਂ ਹੁਣ ਚੱਲਿਆ, ਅੱਜ ਦਾ ਦਿਹਾੜਾ ਸ਼ੁਰੂ ਕਰਨ ਲੱਗਿਆ, ਤੁਸੀਂ ਕਰਾਉਣਾ, ਤੁਸੀਂ ਸਭ ਕੁਝ ਕਰਨਾ, ਹਰ ਮਾੜੇ ਕੰਮ ਤੋਂ ਦੂਰ ਰੱਖਿਓ, ਚੰਗੇ ਕੰਮ ਕਰਾਇਓ, ਉਂਗਲੀ ਫੜ ਕੇ ਇਸ ਭਵ ਸਾਗਰ ਤੋਂ ਪਾਰ ਕਰਾਇਓ, ਸ਼ਾਮ ਨੂੰ ਆ ਕੇ ਤੁਹਾਡੇ ਚਰਨਾਂ 'ਚ ਹਾਜ਼ਰੀ ਫਿਰ ਦੇਵਾਂਗਾ ਜੀ। ਪਿਤਾ ਕਿੰਨਾ ਖੁਸ਼ ਹੁੰਦਾ, ਪਿਤਾ ਨੂੰ ਖੁਸ਼ ਕਰਨਾ, ਉਹਦੀ ਇਜਾਜ਼ਤ, ਉਹਦੇ ਕਦੇ ਗਲਤੀ ਵੀ ਹੋ ਜਾਂਦੀ ਹੈ, ਕਦੇ ਕਿਸੇ ਨੂੰ ਉੱਚਾ ਬੋਲਿਆ ਵੀ ਜਾਂਦਾ, ਕਦੇ ਕੋਈ ਮਾੜਾ ਕਰਮ ਵੀ ਦਿਮਾਗ 'ਚ ਆ ਜਾਂਦਾ, ਮਾੜੀ ਸੋਚ ਵੀ ਆ ਜਾਂਦੀ ਹੈ, ਆਪਾਂ ਇਨਸਾਨ ਆ। ਉਸੇ ਵੇਲੇ ਮਾਫੀ ਮੰਗ ਲਓ, ਮਹਾਰਾਜ ਕਿਰਪਾ ਕਰਿਓ, ਆਹ ਸੋਚ ਇਹੋ ਜਿਹਾ ਕੰਮ ਮੈਂ ਕਰਨ ਲੱਗਿਆ ਸੀ ਤਾਂ ਮੈਨੂੰ ਮਾਫ ਕਰ। ਇਹ ਚੀਜ਼ਾਂ ਤੁਸੀਂ ਕਰਕੇ ਦੇਖੋ, ਤੁਹਾਡਾ ਸਰੀਰ ਜਿਹੜਾ ਹੈ ਨਾ, ਜੇ ਬਿਮਾਰ ਵੀ ਤੁਸੀਂ ਕਦੇ ਹੋਗੇ ਤਾਂ ਮੇਰਾ ਨਾਮ ਹਟਾ ਦਿਓ ਜੀ, ਇਹ ਮੇਰੀ ਬੇਨਤੀ ਹੈ। ਤੇ ਮੈਨੂੰ ਉਮੀਦ ਹੈ ਵੀ ਤੁਸੀਂ ਸਾਰੇ ਅੱਜ ਤੋਂ ਲੈ ਮੇਰੇ ਨਾਲ ਵਾਅਦਾ ਕਰ ਲਓ, ਚਲੋ ਮੈਨੂੰ ਬੜੀ ਖੁਸ਼ੀ ਹੋਊਗੀ। ਤੁਹਾਡਾ ਜੀਵਨ ਤੁਸੀਂ ਦੇਖਿਓ, ਤੁਹਾਡੇ ਜੀਵਨ 'ਚ ਖੁਸ਼ੀ ਕਿੰਨੀ ਆਉਂਦੀ ਹੈ, ਹਾਸਾ ਕਿੰਨਾ ਆਉਂਦਾ, ਮਿਊਜ਼ਿਕ ਸੁਣੋ, ਪਾਠ ਸੁਣੋ, ਨੱਚੋ ਟੱਪੋ, ਹੈ ਜੀ। ਹਰ ਟਾਈਮ ਸਿਰ ਹਰ ਕੰਮ ਕਰਕੇ ਦੇਖੋ ਜਿਸ ਤਰ੍ਹਾਂ ਯੂਨੀਵਰਸ ਕਰ ਰਿਹਾ, ਜਿਵੇਂ ਖੁਦਾ ਕਰ ਰਿਹਾ, ਉਸ ਖੁਦਾ ਨਾਲ ਪਿਆਰ ਕਰੋ, ਇੱਕ ਦੂਜੇ ਨਾਲ ਜੁੜੋ, ਇੱਕ ਦੂਜੇ ਦਾ ਦਰਦ ਮਹਿਸੂਸ ਕਰੋ। ਯਾਰ ਉਹ ਵੀ ਕੀ ਬੰਦਾ ਹੋਇਆ ਜਿਹਨੂੰ ਦੂਜੇ ਦਾ ਦਰਦ ਹੀ ਹੈ ਨਹੀਂ, ਉਹ ਵੀ ਕੀ ਬੰਦਾ ਹੋਇਆ ਜਿਹਨੂੰ ਦੂਜੇ ਨਾਲ ਪਿਆਰ ਹੀ ਹੈ ਨਹੀਂ, ਤੇ ਉਹ ਵੀ ਕੀ ਬੰਦਾ ਹੋਇਆ ਜਿਹੜਾ ਦੂਜੇ ਵਾਸਤੇ ਕੁਰਬਾਨ ਨਾ ਹੋਇਆ, ਉਹ ਕੋ ਬੰਦਾ। ਸੋ ਮੈਂ ਸਮਝਦਾ ਵੀ ਬੜੀ ਮਿਹਰਬਾਨੀ, ਕਾਫੀ ਤੁਹਾਡੇ ਨਾਲ ਵਾਰਤਾਲਾਪ ਕਰ ਲਈ, ਤੇ ਤੁਸੀਂ ਸਾਰੇ ਐਡਰੈਸ ਤੁਹਾਨੂੰ ਕਰ ਦਿੰਦੇ ਨੇ ਸਾਰੇ, ਤੇ ਤੁਸੀਂ ਜ਼ਰੂਰ ਜਦ ਤੁਹਾਡਾ ਦਿਲ ਕਰੇ ਆਓ, ਬੈਠੋ ਦਫ਼ਤਰ 'ਚ, ਵਾਰਤਾਲਾਪ ਕਰੋ, ਚੰਗੀਆਂ ਗੱਲਾਂ ਕਰੀਏ। ਮੈਂ ਕੋਸ਼ਿਸ਼ ਹੈ ਮੇਰੀ, ਮੈਂ ਹਰ ਦੂਏ ਤੀਏ ਦਿਨ ਤੁਹਾਡੇ ਨਾਲ ਜੁੜਨਾ ਚਾਹੁੰਦਾ, ਅਲੱਗ-ਅਲੱਗ ਚੀਜ਼ਾਂ ਲੈ ਕੇ। ਅੱਜ ਮੈਂ ਸਿਹਤ ਉੱਤੇ, ਹੈਲਥ, ਡਾਈਟ, ਤੇ ਕੋਈ ਡਾਈਟ ਪਰਟੀਕੂਲਰ ਨਹੀਂ, ਜੋ ਖਾਣਾ ਤੁਸੀਂ ਖਾਓ, ਚਲੋ ਉਹ ਡਾਕਟਰ ਦਾ ਘਿਓ ਨਾ ਖਾਓ ਜੀ, ਨੂਣ ਨਾ ਖਾਓ ਜੀ, ਫਲਾਣਾ ਨਾ ਖਾਓ, ਇਹ ਕਿਉਂ ਨਾ ਖਾਓ ਬਈ, ਇਹ ਤੁਸੀਂ ਰੱਜ ਕੇ ਖਾਓ, ਜੋ ਮਰਜ਼ੀ ਕਰੋ, ਪਰ ਵਰਜਿਸ਼ ਕਰੋ। ਜਦ ਤੁਸੀਂ 2 ਘੰਟੇ ਵਰਜਿਸ਼ ਕਰੋਗੇ, ਡਾਈਟ ਚੰਗੀ ਖਾਓਗੇ, ਸਭ ਕੁਝ ਪਸੀਨੇ ਦੇ ਰਾਹੀਂ ਨਿਕਲ ਜਾਣਾ। ਸੋ ਬਾਹਲੇ ਵਹਿਮਾਂ 'ਚ ਨਹੀਂ ਪਈਦਾ ਹੁੰਦਾ। ਸੋ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਖੁਸ਼ ਜੀਓ। ਮੇਰਾ ਇਹ ਦੇਸ਼, ਮੇਰੇ ਦੇਸ਼ ਦੇ ਲੋਕ ਹੈ ਜੀ, ਮੇਰੇ ਪੰਜਾਬ ਵਾਸੀ, ਮੇਰੇ ਸਾਰੇ ਪਿਆਰੇ ਸੱਜਣ, ਸਾਰੇ ਧਰਮਾਂ ਦੇ ਲੋਕ, ਸਾਰੇ ਵਰਗ ਦੇ ਲੋਕ, ਤੁਸੀਂ ਖੁਸ਼ ਰਹੋ। ਬਸ ਇੱਕ ਚੀਜ਼ ਅਪਣਾ ਲਓ ਵੀ ਸਵੇਰੇ ਉੱਠ ਕੇ ਨਹਾ ਧੋ ਕੇ ਪਾਠ ਪੂਜਾ ਕਰਕੇ ਸੈਰ, ਆਪਣੀ ਵਰਜਿਸ਼ ਕਰਨੀ ਹੈ 2 ਘੰਟੇ, ਉਸ ਤੋਂ ਬਾਅਦ ਨਹਾ ਕੇ ਆਪਣੇ ਕੰਮਾਂ 'ਤੇ ਜਾਣਾ। ਜੋ ਵੀ ਰੱਬ ਨੇ ਜਿਹਨੂੰ ਕੰਮ ਦਿੱਤਾ ਹੈ ਉਹਨੂੰ ਮੌਜ 'ਚ ਰਿਹਾ ਕਰੋ। ਇੱਕ ਗੱਲ ਮੈਂ ਹੋਰ ਕਹਿਣੀ ਹੈ, ਦੂਜਿਆਂ ਨੂੰ ਦੇਖ ਕੇ ਨਾ ਹੌਕਾ ਭਰਿਆ ਕਰੋ। ਜੇ ਕਿਸੇ ਨੇ ਕੋਈ ਵੱਡੀ ਚੀਜ਼ ਬਣਾ ਲਈ, ਹਵੇਲੀ ਬਣਾ ਲਈ, ਕੋਈ ਕੋਠੀ ਬਣਾ ਲਈ, ਚੰਗੀ ਘਰ, ਸੱਚੇ ਪਾਤਸ਼ਾਹ ਇਹਨੂੰ ਹੋਰ ਦੇਈ, ਇਹਦੇ ਵਰਗਾ ਮੈਨੂੰ ਵੀ ਬਣਾਈ। ਸੋ ਮੈਂ ਚਾਹੂੰਗਾ ਕਿ ਸਾਰੇ ਇੱਕ ਦੂਜੇ ਪਿਆਰ ਨਾਲ ਜੁੜਨ, ਚੱਲਣ। ਅੱਜ ਦਾ ਮੇਨ ਮਕਸਦ ਇਹੀ ਸੀ ਵੀ ਤੁਹਾਡੇ ਨਾਲ ਮੈਂ ਸਿਹਤ ਬਾਰੇ ਜ਼ਰੂਰ ਗੱਲ ਕਰਾਂ। ਇਹ ਜਿਹੜੀ ਸਿਹਤ ਹੈ, ਇਹ ਜਿਹੜੀ ਹੈਲਥ ਹੈ, ਇਹਦੇ ਨਾਲ ਮੈਡੀਟੇਸ਼ਨ ਨੂੰ ਜੋੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਰੀਰ ਆਪਾਂ ਨੂੰ ਯੂਨੀਵਰਸ ਨੇ ਦਿੱਤਾ, ਰੱਬ ਨੇ ਦਿੱਤਾ, ਖੁਦਾ ਨੇ ਦਿੱਤਾ, ਪੀਰਾਂ ਪੈਗੰਬਰਾਂ ਨੇ ਦਿੱਤਾ, ਤੇ ਉਹਨਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਤੁਸੀਂ 1 ਮਹੀਨਾ ਮੇਰੇ ਕਹੇ ਤੇ ਚੱਲ ਕੇ ਦੇਖੋ, ਦਿਲੋਂ ਤੁਸੀਂ ਦੇਖੋ, ਤੁਹਾਡੀ ਜ਼ਿੰਦਗੀ ਇਹੋ ਜਿਹੀ ਬਦਲ ਜੂਗੀ, ਕਮਾਲ ਹੋ ਜੂਗੀ। ਪੈਸੇ ਵੱਲ, ਜਾਇਦਾਦ ਵੱਲ ਇੱਧਰ ਉੱਧਰ ਧਿਆਨ ਨਹੀਂ ਦੇਣਾ। ਰੋਜ਼ਗਾਰ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਬੀਵੀ ਇਮਾਨ, ਪੁੱਤਰ ਨਿਸ਼ਾਨ, ਦੌਲਤ ਗੁਜਰਾਨ। ਪੁੱਤਰ ਨਿਸ਼ਾਨ, ਬੀਬੀ ਇਮਾਨ, ਦੌਲਤ ਗੁਜਰਾਨ, ਇਹ 3 ਚੀਜ਼ਾਂ ਬਹੁਤ ਜ਼ਰੂਰੀ ਹੈ। ਲੇਕਿਨ ਇਸ ਤੋਂ ਵੱਡੀ ਚੀਜ਼ ਕੀ ਹੈ? ਸਿਹਤ, ਹੈਲਥ। ਆਏ ਤਾਂ ਆਪਾਂ ਇਕੱਲੇ ਪੈਦਾ ਹੋਏ ਹਾਂ, ਇਕੱਲੇ ਹੀ ਜਾਣਾ ਤੇ ਇਕੱਲੇ ਹੀ ਰਹਿਣਾ। ਜੇ ਕੋਈ ਮਿਲ ਜੇ ਤਾਂ ਠੀਕ ਹੈ, ਨਹੀਂ ਤਾਂ ਨਾ ਸੀ। ਸੋ ਇਹਦਾ ਮਤਲਬ ਇਹ ਹੈ ਵੀ ਤੁਸੀਂ ਆਪਣੀ ਸਿਹਤ ਜਿਹੜੀ ਹੈ, ਜਿਸਮ ਬਣਾਇਆ ਰੱਬ ਨੇ ਦਿੱਤਾ ਇੰਨਾ ਖੂਬਸੂਰਤ, ਇਹਨੂੰ ਬਣਾ ਕੇ ਰੱਖੋ। ਚੰਗੀ ਖੁਰਾਕ ਖਾਓ, ਰੱਜ ਕੇ ਖਾਓ, ਰੱਜ ਕੇ ਵਰਜਿਸ਼ ਕਰੋ, ਰੱਜ ਕੇ ਕੰਮ ਕਰੋ, ਰੱਜ ਕੇ ਸਾਰਾ ਕੁਝ ਕਰੋ। ਲੇਕਿਨ ਟਾਈਮ ਸੇ ਡਿਸਪਲਿਨ ਨਾ ਕਰਕੇ ਦੇਖੋ, ਤੁਹਾਡਾ ਜੀਵਨ ਬਹੁਤ ਬਦਲ ਜੂਗਾ। ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ, ਤੁਹਾਨੂੰ ਸਾਰਿਆਂ ਨੂੰ